ਤਾਂ ਰਾਈਜ਼ਿੰਗ ਪੰਜਾਬ ਦੀ ਸ਼ੁਰੂਆਤ ਕਰਦੇ ਹਾਂ। ਪਹਿਲਾ ਸੈਸ਼ਨ ਸੱਤਾ ਧਿਰ ਕਾਂਗਰਸ ਦਾ ਮਿਸ਼ਨ ਯੂਥ। ਤਾਂ ਗੱਲ ਕਰਾਂਗੇ ਕਾਂਗਰਸ ਦੇ ਮਿਸ਼ਨ ਯੂਥ ਦੀ ਤੇ ਇਸ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਕਾਂਗਰਸ ਦੇ ਯੰਗ ਲੀਡਰ ਤੇ ਨੌਜਵਾਨ ਮੰਤਰੀ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ। ਮੈਂ ਰਿਕੁਐਸਟ ਕਰਾਂਗੀ ਸਾਡੇ ਟਾਪ ਐਂਕਰਸ ਵਿਜੇਪਾਲ ਬਰਾੜ ਤੇ ਨਪਿੰਦਰ ਸਿੰਘ ਬਰਾੜ ਨੂੰ ਕਿ ਉਹ ਸਟੇਜ ਤੇ ਆਉਣ ਤੇ ਸਾਡੇ ਗੈਸਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਸਵਾਗਤ ਕਰਨ। ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ। ਰਾਜਾ ਵੜਿੰਗ ਜੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵੀ ਆਪਣੇ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਵੀ ਕਾਂਗਰਸ ਦੇ ਯੂਥ ਵਿੰਗ ਤੋਂ ਕੀਤੀ ਸੀ। ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ ਤੇ ਅੱਜ ਕਾਂਗਰਸ ਦੇ ਯੂਥ ਮਿਸ਼ਨ ਦੀ ਚਰਚਾ ਕਰਾਂਗੇ। ਓਵਰ ਟੂ ਯੂ ਵਿਜੇਪਾਲ ਐਂਡ ਨਪਿੰਦਰ। ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਨਾਲ ਮੌਜੂਦ ਨੇ, ਨੌਜਵਾਨ ਮੰਤਰੀ ਨੇ। ਮਜ਼ਾਕੀਆ ਸੁਭਾਅ ਵੀ ਆ, ਥੋੜੇ ਤਲਖ ਵੀ ਹੋ ਜਾਂਦੇ ਨੇ। ਅੱਜ ਸਵੇਰੇ ਸਵੇਰੇ ਸਾਡੇ ਨਾਲ ਵੀ ਮਜ਼ਾਕ ਕਰ ਗਏ ਸੀ। ਮਾਨਸਾ ਪਹੁੰਚ ਗਏ ਸੀ ਚੰਡੀਗੜ੍ਹ ਬੈਠੇ ਬੈਠੇ। बिल्कुल मजाक तक चलता रहना चाहिए। अज काफ़ी टॉर टूर कढ़िया तुसी लग रहा, मैं थोड़े चेहरे तो अंदाजा ला रहा पूरा मेकअप मुकअप किया है। ਸਾਨੂੰ ਤਾਂ ਕਦੇ ਕਦੇ ਮੌਕਾ ਮਿਲਦਾ ਵੜਿੰਗ ਸਾਹਿਬ ਤੋਂ। ਤੁਸੀਂ ਜਦੋਂ ਸਖਤੀ ਵਾਲੀ ਕਿਤੇ ਰੇਡ ਵੀ ਮਾਰਦੇ ਆ ਉਦੋਂ ਵੀ ਟੌਰ ਕੱਢ ਕੇ ਜਾਂਦੇ ਆ, ਤਾਂ ਉਹ ਮੈਨੂੰ ਲੱਗਦਾ ਕਿ ਉਹਨਾਂ ਵਿਚਾਰਿਆਂ ਨੂੰ ਟੌਰ ਵੀ ਚੰਗੀ ਨਹੀਂ ਲੱਗਦੀ ਹੋਣੀ ਉਦੋਂ। बिल्कुल सही गल है, लेकिन रेड्स रूड्स हुण काफ़ी घटा दित्तियां गईयां। इनिशियल रेड्स काफ़ी मारियां जिहड़ा काफ़ी वड्डा फायदा सानू होया। ਅੱਜ ਮੈਨੂੰ ਇਸ ਗੱਲ ਦਾ ਫਖਰ ਹੈ ਔਰ ਮਾਣ ਮਹਿਸੂਸ ਕਰਦਾ ਹਾਂ ਕਿ ਜਿਹਨੂੰ ਜਿਹੜੇ ਆਧਾਰੇ ਨੂੰ ਕਿਹਾ ਜਾਂਦਾ ਸੀ ਘਾਟੇ ਵਾਲਾ ਆਧਾਰ ਹੈ, ਜਿਹੜੇ ਨੂੰ ਕਿਹਾ ਜਾਂਦਾ ਸੀ ਕਿ ਹਾਲਾਤ ਬਹੁਤ ਖਸਤਾ ਨੇ ਪੰਜਾਬ ਦੇ, ਪੰਜਾਬ 'ਚ ਕੋਈ ਐਸਾ ਕੰਮ ਨਹੀਂ ਹੋ ਰਿਹਾ ਜਿੱਥੋਂ ਰੈਵਨਿਊ ਆਏ। ਅੱਜ 1 ਕਰੋੜ 28 ਲੱਖ ਰੁਪਇਆ ਸਤੰਬਰ ਦੇ ਮੁਕਾਬਲੇ ਇਸ ਮਹੀਨੇ ਸਾਡੀ ਜਿਹੜੀ ਰੈਵਨਿਊ ਇਨਕਰੀਜ਼ ਹੋਇਆ, ਜਿਹੜਾ ਪਹਿਲਾਂ 54 ਲੱਖ ਸੀ ਫਿਰ 1 ਕਰੋੜ 4 ਲੱਖ ਹੋਇਆ। टुडे इट्स अ फिगर कि 1 करोड़ 28 लाख रुपया उन्हां रेड्स दे सदका जिहड़ी मैं कदे कदे टॉर कट के मारन जांदा सी, 1 करोड़ 28 लाख रुपए का मुनाफा हर रोज का PRTC ते पनबस का इनक्रीज होया। दैट इज अ गुड न्यूज़ फॉर पंजाब के लोगों वास्ते ਤੇ ਪੰਜਾਬ ਸਰਕਾਰ ਵਾਸਤੇ ਤੇ ਪੰਜਾਬ ਦੇ ਖਜ਼ਾਨੇ ਵਾਸਤੇ। ਤਾਂ ਬਿਲਕੁਲ ਵੜਿੰਗ ਸਾਹਿਬ ਤੋਂ ਸਾਰੇ ਸਵਾਲ ਜਵਾਬ ਵੀ ਹੋਣਗੇ ਕਿਉਂ ਵਿਜੇ ਕਾਫੀ ਮੁੱਦੇ ਨੇ ਅੱਜ ਕੱਲ ਚਰਚਾ ਦੇ ਵਿੱਚ ਕੁਝ ਜ਼ਿਆਦਾ ਨੇ। ਜਿਹੜੀ ਗੱਲ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਂ ਉਸੇ ਨੂੰ ਹੀ ਅੱਗੇ ਜੋੜ ਦਿੰਦਾ। ਤੁਸੀਂ ਰੈਵਨਿਊ ਦੀ ਗੱਲ ਕਰ ਰਹੇ ਹੋ, ਉਹਦੇ ਨਾਲ ਨਾਲ ਜਿੰਨਾ ਟੈਨਿਓਰ ਤੁਹਾਡਾ ਗਿਆ ਐਜ਼ ਅ ਮਿਨਿਸਟਰ, ਕੰਟਰੋਵਰਸੀਜ਼ ਵੀ ਨਾਲ ਜੁੜਦੀਆਂ ਗਈਆਂ ਔਰ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਨੇ ਤੁਹਾਡੇ ਖਿਲਾਫ ਔਰ ਪਰਮਿਟ ਰੱਦ ਕਰਨ ਦੀ ਮੈਂ ਸਿੱਧੀ ਸਿੱਧੀ ਗੱਲ ਕਰ ਰਿਹਾ। ਤੁਹਾਡੇ ਜਿਹੜੇ ਰਾਈਵਲਸ ਨੇ, ਪੋਲੀਟੀਕਲ ਰਾਈਵਲਸ ਗਿੱਦੜਬਾਹਾ ਦੇ ਵਿੱਚ ਡਿੰਪੀ ਢਿੱਲੋਂ ਹੋ ਰਹੀ ਜਾਂ ਔਰਬਿਟ ਬੱਸ ਕੰਪਨੀ ਬਾਦਲ ਪਰਿਵਾਰ ਦੀ ਹੈ, ਉਹਨਾਂ ਨੇ ਸਭ ਤੋਂ ਜ਼ਿਆਦਾ ਸਵਾਲ ਚੱਕੇ ਨੇ। ਇਹੀ ਤਾਂ ਮੈਂ ਚਾਹੁੰਦਾ ਸੀਗਾ, ਇਹੀ ਚਾਹੁੰਦਾ ਸੀ ਕਿ ਪੰਜਾਬ ਦੇ ਲੋਕਾਂ ਦਾ ਇੱਕ ਸਵਾਲ ਸੀਗਾ। ਪੰਜਾਬ ਦੇ ਲੋਕਾਂ ਨੇ 4.5 ਸਾਲ ਇੱਕ ਸਵਾਲ ਕੈਪਟਨ ਅਮਰਿੰਦਰ ਸਿੰਘ ਨੂੰ ਕਰਦੇ ਰਹੇ, ਸਾਡੀ ਸਰਕਾਰ ਨੂੰ ਕਰਦੇ ਰਹੇ ਕਿ ਕੀ ਐਕਸ਼ਨ ਹੋਇਆ ਉਹਨਾਂ ਮਾਫੀਆਜ਼ ਦੇ ਖਿਲਾਫ। ਇਹ ਮੇਰੀ ਗੱਲ ਤੇ ਮੋਹਰ ਲਾ ਦਿੱਤੀ ਕਿ ਸੁਖਬੀਰ ਬਾਦਲ ਜਦੋਂ ਉੱਠ ਕੇ ਇਹ ਗੱਲ ਕਹੇ ਕਿ ਮੇਰੀ ਬੱਸ ਤੇ ਕਾਰਵਾਈ ਹੋ ਰਹੀ ਹੈ, ਉਹ ਕਿਉਂ ਹੋ ਰਹੀ ਹੈ ਉਹ ਤਾਂ ਪੰਜਾਬ ਦੀ ਜਨਤਾ ਜਾਣਦੀ ਹੈ। ਆਈ ਡੋਂਟ ਵਾਂਟ ਟੂ ਗਿਵ ਐਨੀ ਉਹਦੇ ਤੇ ਕਲੈਰੀਫਿਕੇਸ਼ਨ। ਤੁਸੀਂ ਇਸੇ ਲਈ ਮੰਗ ਕੇ ਲਿਆ ਟਰਾਂਸਪੋਰਟ ਮਹਿਕਮਾ? ਮੈਂ ਮੰਗ ਕੇ ਨਹੀਂ ਲਿਆ, ਮੈਂ ਕਿਹਾ ਸੀ ਜਿਹੜਾ ਵੀ ਮਹਿਕਮਾ ਦਿਓਗੇ ਮੈਨੂੰ ਸਵਾਦ ਆਉਣਾ ਚਾਹੀਦਾ ਹੈ ਤੇ ਮੈਨੂੰ ਵਾਕਈ ਸਵਾਦ ਆ ਰਿਹਾ। ਤੁਸੀਂ ਕਹਿੰਦੇ ਰਹੇ ਹੋ ਕਿ ਮੈਂ ਜੇ ਮੈਨੂੰ ਮਿਨਿਸਟਰ ਬਣਾਉਣਾ ਹੈ ਤਾਂ ਮੈਂ ਟਰਾਂਸਪੋਰਟ ਪ੍ਰੈਫਰ ਕਰੂੰਗਾ। ਹਾਂ, ਚੰਗੀ ਗੱਲ, ਚੰਗਾ ਕੀ ਸਿੱਧਾ, ਕਿਉਂਕਿ ਮਾਫੀਆਜ਼ ਜਿੰਨੇ ਵੀ ਹੈ लोग माफियाज की गल करते हैं, रेत माफिया, देन दे कॉल से केबल माफिया, फिर लिकर माफिया, फिर ड्रग माफिया, ये तमाम लोगों का नाम जुड़ता है। ये सारियां दी पैदाइश अज तो 14-14.5 वरे पहला हुई। पहला सियासतदानों ते इल्जाम तो लगते सी, लेकिन माफिया शब्द पंजाब च इस्तेमाल अज तो 14 साल पहला होने लग्या जदों सुखबीर बादल ते मजीठिया ने काम संभालिया। लेकिन उन्हां च किते ना किते नाम जुड़दा, लेकिन बसां दे विच सीधे तौर पे क्योंकि वो आप पार्टनर ने, उन्हां दा नाम है जिहड़ा ये माफिया। मेरा इंटरस्ट इस सीगा कि इत्थों भज्जिया नहीं जा सकदा। रेत दा काम तो आपदे साथी संजोगी लोकां तो कराउंदे ने, शराब दा काम वो साथी संजोगी लोकां तो कराउंदे ने, केबल दा काम वो साथी ते संजोगी लोकां तो कराउणे ने। जिहड़ा बस माफिया दे विच सुखबीर सिंह बादल खुद ਉਹਦੇ ਵਿੱਚ ਡਾਇਰੈਕਟਰ ਨੇ, ਉਹਦੇ ਵਿੱਚ ਪਾਰਟਨਰ ਨੇ, ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਨੇ। ਸੋ ਅਗਰ ਉਹ ਵਿਅਕਤੀ ਖੁਦ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿ ਰਿਹਾ ਹੈ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਜਾਂ ਮੇਰੇ ਨਾਲ, ਹਾਲਾਂਕਿ ਧੱਕਾ ਨਹੀਂ ਹੋ ਰਿਹਾ, ਮੈਂ ਜਿਹੜਾ ਟੈਕਸ ਨਹੀਂ ਭਰਿਆ ਉਹਦੇ ਮੁਤਲਕ ਉਹਦੀਆਂ ਬੱਸਸ ਬੰਦ ਕੀਤੀਆਂ ਤੇ ਫੜ ਰਿਹਾ, ਇਹ ਗੱਲ ਪੰਜਾਬ ਦੇ ਲੋਕਾਂ ਨੂੰ ਹਜਮ ਹੋਈ ਤੇ ਪੰਜਾਬ ਦੇ ਲੋਕ ਬੜੇ ਖੁਸ਼ ਨੇ ਕਿ ਕਮ ਸੇ ਕਮ
ਕਿਸੇ ਨੇ ਬਾਦਲ ਦੀ ਬੱਸ ਨੂੰ ਜਾਂ ਕਿਸੇ ਬੰਦੇ ਨੇ ਮਾਫੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਆਨੰਦ ਆ ਗਿਆ। ਮੈਂ ਕੱਲ ਪਰਸੋਂ ਪੁਲਿਸ ਵਾਲੇ ਨੂੰ ਪੁੱਛਿਆ, ਉਹਦੀ 2 ਸਾਲ ਨੌਕਰੀ 'ਚ ਰਿਟਾਇਰਮੈਂਟ 'ਚ ਰਹਿੰਦੇ ਸੀ। ਆਈ ਸੈਡ ਕਿ ਭਾਈ ਕਦੇ ਬਾਦਲ ਦੀ ਬੱਸ ਫੜੀ ਹੈ? ਉਹ ਕਹਿੰਦਾ ਮੈਂ ਕਦੇ ਜ਼ਿੰਦਗੀ 'ਚ ਬਾਦਲ ਦੀ ਬੱਸ ਨਾ ਫੜੀ, ਨਾ ਮੈਂ ਚਲਾਨ ਹੁੰਦੇ ਵੇਖਿਆ, ਨਾ ਬੱਸ ਸਟੈਂਡ 'ਚ ਖੜੀ ਦੇਖੀ। ਪਰ ਉਹਨਾਂ ਦਾ ਤਰਕ ਇਹ ਹੈ ਕਿ ਅਸੀਂ ਘੱਟ ਪੈਸਿਆਂ ਦੇ ਵਿੱਚ ਪਬਲਿਕ ਨੂੰ ਬੈਟਰ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਔਰ ਇਹ ਜਾਣਬੁੱਝ ਕੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇੱਕ ਸਾਡੇ ਨਾਲ ਪੋਲੀਟੀਕਲ ਰੰਜਿਸ਼ ਹੈ, ਜਿਹੜੀ ਸਿਆਸੀ ਰੰਜਿਸ਼। ਤੁਸੀਂ ਦੇਖੋ ਨਾ ਇਹੋ ਜਿਹਾ ਕਿਹੜਾ ਨੁਕਤਾ ਸੀ ਉਹਨਾਂ ਨੇ ਕੀ ਪ੍ਰੋਵਾਈਡ ਕੀਤਾ, ਕੀ ਹੋਇਆ ਪੰਜਾਬ ਰੋਡਵੇਜ਼ ਨਾਲ 5000 ਬੱਸ ਹੁੰਦੀ ਸੀ, ਅੱਜ ਸਾਡੇ ਕੋਲ 2100 ਬੱਸ ਦੀ ਫਲੀਟ ਹੈ, ਪੀਆਰਟੀਸੀ ਤੇ ਪਨ ਬੱਸ ਦੀ। ਐਸਾ ਕਿਹੜਾ ਫਾਰਮੂਲਾ ਸੀਗਾ ਸੁਖਬੀਰ ਬਾਦਲ ਕੋਲੇ ਜਿਹਨੇ ਇੱਕ ਬੱਸ ਤੋਂ ਅੱਜ ਹਜ਼ਾਰਾਂ ਬੱਸਾਂ ਬਣਾ ਲੀਆਂ, ਅੱਜ 15 ਕੰਪਨੀਆਂ ਖੜੀਆਂ ਕਰਤੀਆਂ ਡਿਫਰੈਂਟ ਨਾਮ ਸੇ। ਤੇ ਐਸਾ ਕਿਹੜਾ ਸਿਸਟਮ ਸੀਗਾ ਜਿਹਦੇ ਰਾਹੀਂ ਸਾਡੀ 5000 ਬੱਸ ਤੋਂ ਘਟ ਕੇ ਅੱਜ 2100 ਰਹਿ ਗਈ? ਤੇ ਤੁਸੀਂ ਉਸੇ ਪੰਜਾਬ ਦੇ ਵਾਲੀਵਾਰ ਸੀਗੇ। ਮੰਨ ਲਓ ਪੀਆਰਟੀਸੀ 'ਚ ਘਾਟਾ ਪੈ ਰਿਹਾ ਸੀ, ਮੰਨ ਲਓ ਪਨ ਬੱਸ 'ਚ ਕੋਈ ਨਲਾਇਕੀ ਹੋ ਰਹੀ ਸੀ, ਤੁਸੀਂ ਗਵਰਨਮੈਂਟ ਚਲਾ ਰਹੇ ਸੀ, 10 ਸਾਲ ਇਹ ਚਲਾਈ, ਤੁਹਾਡੇ ਪਿਤਾ ਜੀ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, 40 ਸਾਲ 50 ਸਾਲਾਂ ਤੋਂ ਤੁਸੀਂ ਸਿਆਸਤ ਕਰ ਰਹੇ ਹੋ, ਪੰਜਾਬ ਤੇ ਰਾਜ ਕਰ ਰਹੇ ਹੋ। ਜੇ ਪੀਆਰਟੀਸੀ ਤੇ ਪਨ ਬੱਸ ਘਾਟੇ 'ਚ ਵੀ ਗਈ ਤਾਂ ਉਹਦਾ ਜ਼ਿੰਮੇਦਾਰ ਕੌਣ ਸੀਗਾ? ਸੁਖਬੀਰ ਬਾਦਲ। ਤੇ ਆਪਣੀਆਂ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਸਾਨੂੰ ਮਾਰਤਾ ਉਹਨਾਂ ਨੇ। ਸਾਡੀਆਂ ਬੱਸਾਂ ਦੇ ਪਰਮਿਟ ਸਰੈਂਡਰ ਕਰਾਉਂਦੇ ਰਹੇ, ਚੰਗੇ ਪਰਮਿਟਸ ਉਹ ਆਪ ਲੈਂਦਾ ਰਿਹਾ। ਪਰ ਤੁਹਾਡੀ ਸਰਕਾਰ ਨੇ ਸਾਡੇ 4 ਸਾਲ 'ਚ ਕੀ ਕੀਤਾ ਇਸ ਚੀਜ਼ ਨੂੰ ਉਭਾਰਨ ਦੇ ਲਈ ਪੀਆਰਟੀਸੀ ਦੇ? ਵਿਜੇਪਾਲ, ਹੁਣ ਮੈਂ ਕਈ ਵਾਰੀ ਤਾਂ ਮਾਫੀ ਮੰਗ ਚੁੱਕਿਆ ਹਾਂ, ਵਾਰ-ਵਾਰ ਤੁਸੀਂ ਸਾਡੇ ਜ਼ਖਮਾਂ ਉਧਾੜੋਗੇ। ਮੈਂ ਪੰਜਾਬ ਦੀ ਜਨਤਾ ਤੋਂ ਇਸ ਗੱਲ ਦੀ ਮਾਫੀ ਮੰਗ ਚੁੱਕਿਆ ਹਾਂ। ਸਾਡੇ 4 ਸਾਲ ਜਿਸ ਵਿਅਕਤੀ ਨੂੰ ਅਸੀਂ ਸਾਰਾ ਕੁਝ ਸੰਭਾਲਿਆ ਸੀਗਾ ਆਪਦਾ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਿਸ ਵਿਅਕਤੀ ਤੋਂ ਆਸ ਸੀਗੀ, ਔਰ ਜਿਸ ਵਿਅਕਤੀ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਲਈ ਕਿ ਮੈਂ ਪੰਜਾਬ ਦੇ ਵਿੱਚੋਂ ਮਾਫੀਆ ਰਾਜ ਖਤਮ ਕਰਾਂਗਾ, ਮੈਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਆਂਗਾ, ਮੈਂ ਪੰਜਾਬ ਦੇ ਹਿੱਤਾਂ ਲਈ ਖੜਾਂਗਾ। ਜੇ ਉਹ ਬੰਦੇ ਨੇ 80 ਸਾਲਾਂ ਦੀ ਉਮਰ 'ਚ ਗੁਟਕਾ ਸਾਹਿਬ ਫੜ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਤਾ, ਮੈਂ ਵੀ ਮਾਫੀ ਮੰਗਦਾ। ਬਿਲਕੁਲ ਸਾਨੂੰ ਦੇਰੀ 'ਚ ਪਹਿਚਾਨ ਹੋਈ, ਕਿਉਂਕਿ ਸਾਨੂੰ ਲੋਕ ਕਹਿਣ ਲੱਗ ਪਏ ਸੀ, ਮੀਡੀਆ ਵਾਲੇ ਵੀ ਲੋਕ ਕਹਿੰਦੇ ਸੀ ਕਿ ਕਿਤੇ ਨਾ ਕਿਤੇ ਆਪਸ ਵਿੱਚ ਮਿਲੇ ਹੋਏ ਹੈ, ਕਿਤੇ ਨਾ ਕਿਤੇ ਬੀਜੇਪੀ ਨਾਲ ਇੰਟਰਨਲ ਸਮਝੌਤਾ ਹੈ, ਆਰਐਸਐਸ ਦੀ ਸੋਚ ਤੇ ਕੰਮ ਹੋ ਰਿਹਾ ਹੈ। ਲੇਕਿਨ ਸਾਨੂੰ ਇਸ ਗੱਲ ਦਾ ਸਾਡੇ ਮਨ 'ਚ ਇਹ ਸੀਗਾ ਕਿ ਨਹੀਂ, ਇਹ ਬੰਦਾ ਸ਼ਾਇਦ ਗੁਟਕਾ ਸਾਹਿਬ ਫੜ ਕੇ ਝੂਠ ਨਹੀਂ ਬੋਲੇਗਾ। ਇਹ ਤਾਂ ਬਾਅਦ 'ਚ ਸਾਨੂੰ ਜਦੋਂ ਇਲਮ ਹੋਇਆ ਤਦ ਤੱਕ ਦੇਰੀ ਹੋ ਚੁੱਕੀ ਸੀ। ਉਹਨਾਂ ਨੇ ਗੁਟਕਾ ਸਾਹਿਬ ਫੜਿਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਰਾਖੀ ਰੱਖਾਂਗਾ। ਅਸੀਂ ਕਿਹਾ ਯਾਰ ਕ੍ਰਿਟਿਸਿਜ਼ਮ ਪੋਲਿਟਿਕਸ ਹੁੰਦਾ ਰਹਿੰਦਾ ਹੈ, ਆਪੋਜੀਸ਼ਨ ਪਾਰਟੀ ਬੋਲਦੀਆਂ ਰਹਿੰਦੀਆਂ, ਜਿਹੜਾ ਕੋਈ ਕੰਮ ਨਹੀਂ ਹੁੰਦਾ ਉਹ ਉਹਦੇ ਖਿਲਾਫ ਬੋਲਣ ਲੱਗ ਪੈਂਦਾ। ਲੇਕਿਨ ਅਮਰਿੰਦਰ ਸਿੰਘ ਸਹੁੰ ਖਾ ਕੇ ਕੋਈ ਗੱਲ ਲੋਕਾਂ ਨਾਲ ਧੋਖਾ ਨਹੀਂ ਕਰੇਗਾ, ਲੇਕਿਨ ਸਾਨੂੰ ਨਹੀਂ ਪਤਾ ਸੀ। ਪਰ ਕੀ ਇਹਦੇ ਨਾਲ ਕਾਂਗਰਸ ਪਾਰਟੀ ਦੋਸ਼ ਮੁਕਤ ਹੁੰਦੀ ਹੈ? ਹਾਂਜੀ, ਕਾਂਗਰਸ ਪਾਰਟੀ ਦੋਸ਼ ਮੁਕਤ ਹੁੰਦੀ ਹੈ ਇਹਨਾਂ ਚੀਜ਼ਾਂ ਨਾਲ ਕਿ 4.5 ਸਾਲ ਅਮਰਿੰਦਰ ਸਿੰਘ ਸੀਗੇ, ਉਹਨਾਂ ਨੇ ਕੁਝ ਨਹੀਂ ਕੀਤਾ, ਸਾਡਾ ਤੇ ਕੋਈ ਕਸੂਰ ਨਹੀਂ? 100% ਅਸੀਂ ਦੋਸ਼ ਮੁਕਤ ਤਾਂ ਵੇਖੋ, ਅਸੀਂ ਵੀ ਲੱਗਦਾ ਕਿ ਲੋਕ ਸਾਨੂੰ ਸਮਝਦੇ ਕਿ ਤੁਸੀਂ 4.5 ਸਾਲ ਰਹੇ, ਲੇਕਿਨ ਅਸੀਂ ਲੜਾਈ ਲੜਦੇ ਰਹੇ। ਮੈਂ ਵਿਧਾਨ ਸਭਾ 'ਚ ਅਕਸਰ ਹੀ ਸਰਕਾਰ ਦੇ ਖਿਲਾਫ ਬੋਲਦਾ ਰਿਹਾ, ਅਕਸਰ ਕਈ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਿਆ, ਲੇਕਿਨ ਪੇਸ਼ ਨਹੀਂ ਚੱਲ ਰਹੀ ਸੀ ਕਿਉਂਕਿ ਭਾਰੀ ਸੀ, ਐਡੇ ਵੱਡੇ ਲੀਡਰ ਨੂੰ ਪੱਟਣਾ ਬੜਾ ਔਖਾ ਸੀ। ਔਰ ਮੁੱਖ ਮੰਤਰੀ ਹੁੰਦਿਆਂ ਹੋਇਆਂ ਕਈ ਦਾਅ ਪੇਚ ਅਗਲਾ ਜਾਣਦਾ ਹੈ, ਕਿਤੇ ਨਾ ਕਿਤੇ ਕਿਸੇ ਨੂੰ ਝੂਠੇ ਤਰੀਕੇ ਨਾਲ ਫਸਾ ਲੈਣਾ, ਡਰਾ ਲੈਣਾ, ਧਮਕਾ ਲੈਣਾ। ਬਿਲਕੁਲ ਸੱਚ ਸੀ, ਇਸ ਗੱਲ ਦੀ ਮਾਫੀ ਮੰਗਦੇ ਹਾਂ, ਅਸੀਂ ਪਛਤਾਪ ਕਰਦੇ ਹਾਂ ਕਿ ਸਾਥੋਂ ਦੇਰੀ ਹੋ ਗਈ। ਲੇਕਿਨ ਸਾਡੀ ਸਰਕਾਰ ਨੇ 2.5 ਮਹੀਨਿਆਂ 'ਚ ਜੋ ਪੁਰਾਣੇ ਵਾਅਦੇ ਸਨ, ਅੱਜ ਠੀਕ ਹੈ ਬੇਸ਼ੱਕ ਐਲਾਨ ਮੁੱਖ ਮੰਤਰੀ ਕਿਹਾ ਜਾਂਦਾ ਹੈ, ਕਹਿੰਦੇ ਨੇ ਆਪੋਜੀਸ਼ਨ ਵਾਲੇ, ਲੇਕਿਨ ਜੋ ਸਰਦਾਰ ਚਨੀ ਨਹੀਂ ਮੰਨਣ ਦੀ ਗੱਲ ਨਹੀਂ। 2.5 ਮਹੀਨੇ 60 ਦਿਨਾਂ ਦੇ ਵਿੱਚ ਹੁਣ ਅਸੀਂ ਇਦਾਂ ਹੀ ਕੰਮ ਕਰਨਾ ਸੀ ਜੇ ਅਸੀਂ ਸੋਚੀ ਜਾਂਦੇ ਕਿ ਦੂਜਾ ਐਲਾਨ ਮਹੀਨੇ ਨੂੰ ਕਰਾਂਗੇ। 2.5 ਮਹੀਨਿਆਂ 'ਚ ਇਕੱਲੇ ਐਲਾਨ ਕਰਕੇ ਨਹੀਂ, ਐਲਾਨ ਨਹੀਂ, ਇੰਪਲੀਮੈਂਟ ਕੀਤਾ। ਤੁਸੀਂ ਦੇਖੋ 10 ਰੁਪਏ ਪੈਟਰੋਲ ਪਹਿਲੀ ਵਾਰੀ, 5 ਰੁਪਏ ਡੀਜ਼ਲ ਅੱਜ ਘੱਟ ਮਿਲ ਰਿਹਾ ਪੰਜਾਬ 'ਚ, ਸਸਤਾ ਮਿਲ ਰਿਹਾ ਹੈ। ਪਹਿਲੀ ਵਾਰੀ ਜਿਹੜੇ ਏਰੀਅਸ ਸੀਗੇ, ਜਿਹੜੇ 1500 ਕਰੋੜ ਰੁਪਏ ਦਾ ਬਿਜਲੀ ਦਾ ਸਭ ਕਰ ਦਿੱਤਾ ਗਿਆ ਮਾਫ। ਜਿਨ੍ਹਾਂ ਦੇ ਮੀਟਰਸ ਨਹੀਂ ਲੱਗੇ ਸੀ ਉਹਨਾਂ ਦੇ ਲੱਗ ਰਹੇ, ਜਿਨ੍ਹਾਂ ਦੇ ਪੱਟੇ ਗਏ ਸੀ, ਜਿਨ੍ਹਾਂ ਦੇ ਘਰੇ ਬਿਜਲੀ ਗੁੱਲ ਸੀ। ਮੈਂ ਕਹਿੰਦਾ ਕਿ 50 ਰੁਪਏ ਵਾਟਰ ਵਰਕਸ ਦਾ ਬਿੱਲ ਹੈ ਜਿਹੜਾ, ਉਹ ਐਲਾਨ ਕਰ ਦਿੱਤਾ ਗਿਆ ਹੈ, ਇੰਪਲੀਮੈਂਟ ਹੋ ਗਿਆ ਹੈ। ਆਪਾਂ ਵਾਪਸ ਤੁਹਾਡੇ ਡਿਪਾਰਟਮੈਂਟ ਤੇ ਹੋਣੇ ਇੱਕ ਵਾਰੀ, ਕਿਉਂਕਿ ਗੱਲ ਮਾਫੀਆ ਦੀ ਚੱਲ ਰਹੀ ਸੀ। ਵੜਿੰਗ ਸਾਹਿਬ, ਇੱਕ ਚੀਜ਼ ਕਲੀਅਰ ਕਰਿਓ, ਮੋਟਾ ਜਿਹਾ ਅੰਕੜਾ ਦੇ ਦਿਓ, ਕਿੰਨੀਆਂ ਬੱਸਾਂ ਤੁਸੀਂ ਬੰਦ ਕੀਤੀਆਂ ਇਸ ਟਾਈਮ ਦੌਰਾਨ? ਯਾਰ ਮੈਨੂੰ ਹੁਣ ਪਤਾ ਨਹੀਂਗਾ, ਜਿਹੜਾ ਅੰਕੜਾ ਹੈ 402 ਬੱਸਾਂ ਦਾ ਅੰਕੜਾ ਸੀਗਾ ਅੱਜ ਤੋਂ 10-12 ਦਿਨ ਪਹਿਲਾਂ। ਸੋ ਕਈ ਲੋਕਾਂ ਨੇ ਟੈਕਸ ਭਰਿਆ ਤੇ ਅਸੀਂ ਉਹਨਾਂ ਨੂੰ
ਬੱਸਸ ਉਹਨਾਂ ਦੀਆਂ ਵਾਪਸ ਵੀ ਤੁਸੀਂ- ਦਿੱਤੀਆਂ ਤੁਸੀਂ- ਤੁਸੀਂ ਸੋ ਇਟਸ ਕਹਿੰਦੇ- ਅਬਾਊਟ 402 ਬੱਸਸ ਜਿਹੜੀਆਂ ਇੰਪਾਊਂਡਸ ਕੀਤੀਆਂ ਹੋਈਆਂ ਵਿਦ ਟੈਕਸ ਨਾਰਮਸ ਦੀ ਜਿਹੜੀਆਂ ਉਲੰਘਣਾ ਕਰ ਰਹੀਆਂ ਸਰ। ਤੁਸੀਂ ਕਹਿੰਦੇ ਹੋ ਕਿ ਮਾਫੀਆ ਚੱਲ ਰਿਹਾ ਸੀ, ਸਿੱਧਾ ਇਲਜ਼ਾਮ ਤੁਸੀਂ ਅਕਾਲੀ ਦਲ ਤੇ ਲਾਉਣੇ, ਬਾਦਲ ਪਰਿਵਾਰ ਤੇ ਲਾਉਣੇ ਹੋ। ਜੇ ਮਾਫੀਆ ਚੱਲ ਰਿਹਾ ਸੀ, ਹਜ਼ਾਰਾਂ ਬੱਸਾਂ ਤੁਸੀਂ ਕਹਿੰਦੇ ਹੋ, ਉਹਦੇ ਵਿੱਚੋਂ ਕੁਝ 100 ਬੱਸਾਂ ਜਿਹੜੀਆਂ ਤੁਸੀਂ ਫੜਨ ਦਾ ਕੋਸ਼ਿਸ਼ ਕੀਤੀ ਜਾਂ ਦਾਵਾ ਕੀਤਾ, ਕੋਰਟ ਦੇ ਵਿੱਚੋਂ ਤੁਹਾਨੂੰ ਝਟਕਾ ਲੱਗ ਜਾਂਦਾ ਹੈ। ਜੇ ਵਾਕਈ ਉਹ ਮਾਫੀਆ ਸੀ ਤਾਂ ਫਿਰ ਕੀ ਤੁਸੀਂ ਟੈਕਨੀਕਲੀ ਕਮਜ਼ੋਰ ਸੀ ਜਾਂ ਤੁਸੀਂ ਉੱਥੇ ਆਪਦਾ ਪੱਖ ਨਹੀਂ ਰੱਖ ਪਾਏ? ਫਿਰ ਉੱਥੇ ਜਾ ਕੇ ਤੁਹਾਡਾ ਕੇਸ ਕਿਉਂ ਨਹੀਂ ਟਿਕਿਆ? ਇਲਜ਼ਾਮ ਸਿੱਧੇ ਤੁਹਾਡੇ ਤੇ ਲੱਗਦੇ ਨਹੀਂ ਨੇ। ਕੋਰਟ 'ਚੋਂ ਮੈਂ ਕੇਸ ਜਿੱਤਿਆ, ਮੈਨੂੰ ਕਿਸੇ ਨੇ ਪ੍ਰੈਜ਼ੈਂਟ ਨਹੀਂ ਕੀਤਾ। ਮੈਂ ਮੀਡੀਆ ਨੂੰ ਵੀ ਇਸ ਗੱਲ ਦਾ ਦੋਸ਼ ਲਾਵਾਂਗਾ, ਤੁਹਾਨੂੰ ਕਹਿਣਾ ਚਾਹਾਂਗਾ ਮੈਂ 1 ਲੱਖ ਕਿਲੋਮੀਟਰ ਇੱਕ ਐਕਸਟੈਂਸ਼ਨ ਦਾ ਮਸਲਾ ਸੀ, ਮੈਂ ਆਡੀਅנס ਨੂੰ ਦੱਸਣਾ ਚਾਹੁੰਦਾ। ਵਾਟ ਇਜ਼ ਦੈਟ ਐਕਸਟੈਂਸ਼ਨ? ਆਈ ਵਿਲ ਟੈਲ ਯੂ। 1 ਲੱਖ ਕਿਲੋਮੀਟਰ ਦਾ ਫੈਸਲਾ ਐਕਸਟੈਂਸ਼ਨਸ ਦਾ ਕੋਰਟ ਨੇ ਜਸਟਿਸ ਸੂਰਿਆਕਾਂਤ ਨੇ 2012 ਚ ਬਾਦਲਾਂ ਦੇ ਖਿਲਾਫ ਕਰ ਦਿੱਤਾ ਸੀ। ਦਿਸ ਵਾਸ ਮਲਟੀਪਲ ਐਕਸਟੈਂਸ਼ਨ। ਹੁਣ ਤੁਹਾਨੂੰ ਇਹ ਪਤਾ ਨਹੀਂ ਹੋਏਗਾ ਕਿ ਇਹ ਕੀ ਚੱਕਰ ਹੈ। ਓਰੀਜਨਲ ਪਰਮਿਟ ਲਾਈਕ ਆਈ ਬਿਲੋਂਗ ਟੂ ਮੁਕਤਸਰ ਤੇ ਕਿਸੇ ਕੋਲੇ ਬੱਸ ਦਾ ਪਰਮਿਟ ਹੈਗਾ ਅਪ ਟੂ ਕੋਟਕਪੂਰਾ, ਓਰੀਜਨਲ ਪਰਮਿਟ। ਨਪਿੰਦਰ ਆਫਟਰ ਦੈਟ 24 ਕਿਲੋਮੀਟਰ ਤੁਸੀਂ ਐਕਸਟੈਂਸ਼ਨ ਲੈ ਕੇ ਬਾਗਾ ਪੁਰਾਣਾ ਜਾ ਸਕਦੇ ਹੋ। ਦੈਟ ਇਜ਼ ਅ ਲੀਗਲ, ਦੈਟ ਇਜ਼ ਇਨ ਮੋਟਰ ਵਹੀਕਲ ਐਕਟ। ਇਹਨਾਂ ਨੇ ਕੀ ਕੀਤਾ ਕਿ ਉਸ ਤੋਂ ਬਾਅਦ 24 ਕਿਲੋਮੀਟਰ ਲੈ ਕੇ ਇਹ ਮੋਗਾ, ਦੈਨ ਮੋਗਾ ਤੋਂ ਜਗਰਾਵਾਂ, ਜਗਰਾਵਾਂ ਤੋਂ ਦੈਨ ਲੁਧਿਆਣਾ, ਲੁਧਿਆਣਾ ਤੋਂ ਦੈਨ ਸਮਰਾਲਾ, ਚੰਡੀਗੜ੍ਹ। ਸੇਮ ਵਿਦ ਦ ਵੇਸ ਫਰੀਦਕੋਟ, ਫਰੀਦਕੋਟ ਤੋਂ ਸੰਗਤ, ਜੀਰਾ ਕਰਦੇ ਕਰਦੇ ਅੰਮ੍ਰਿਤਸਰ। ਮਲਟੀਪਲ ਐਕਸਟੈਂਸ਼ਨ। ਇਹ ਜਿਹੜਾ ਤੁਸੀਂ ਕਰ ਰਹੇ ਹੋ, ਅੱਗੇ ਵੀ ਚਰਚਾ ਹੋਈ ਇਹਦੇ ਤੇ। ਚਲੋ ਇਸ ਕੇਸ ਤੇ ਆ ਜਾਓ ਤੁਸੀਂ। ਹਾਈ ਕੋਰਟ ਦੇ ਵਿੱਚ ਇੱਕ ਜਿਹੜਾ ਕੇਸ ਚੱਲਿਆ ਇੱਕ ਸੈਕਿੰਡ। ਉਹਦੇ ਚ ਕੀ ਹੈ? ਐਸੀਆਂ ਬੱਸਾਂ ਨੂੰ ਆਇਡੈਂਟੀਫਾਈ ਕੀਤਾ ਗਿਆ, ਇਹ ਬੱਸਾਂ ਉਹਨਾਂ ਤੋਂ ਵੱਖ ਨੇ, ਐਸੀਆਂ ਵੀ ਬੱਸਾਂ ਬੰਦ ਹੋਈਆਂ ਕਿਉਂਕਿ ਜਿਹੜੇ ਕੋਰਟ ਦੇ ਆਰਡਰ ਨੇ ਉਹਦੇ ਮੁਤਾਬਕ ਇਹ ਰਹਿੰਦੀਆਂ ਨੇ। ਯੈਸ, ਇਹ ਬੰਦ ਰਹਿਣਗੀਆਂ। ਪਹਿਲਾਂ ਸੁਣ ਲਓ, ਮੈਂ 3 ਕੇਸ ਨੇ ਕੋਰਟਸ ਦੇ ਵਿੱਚ। ਜਿਹੜੀਆਂ ਐਕਸਟੈਂਸ਼ਨ ਵਾਲਾ ਕੇਸ ਸੀਗਾ, ਮੈਂ ਆਉਂਦਿਆਂ ਸਾਰ ਉਹ ਰੱਦ ਕਰ ਦਿੱਤਾ, ਜਿਹੜਾ ਕਿ 9.5 ਸਾਲ ਲਾਗੂ ਨਹੀਂ ਹੋਇਆ। ਦੈਟ ਇਜ਼ ਅਬਾਊਟ 1 ਲੱਖ ਕਿਲੋਮੀਟਰ, ਜਿਹਦੇ ਚ 60,000 ਕਿਲੋਮੀਟਰ ਕੇਵਲ ਸੁਖਬੀਰ ਬਾਦਲ ਦਾ ਸੀਗਾ। 20,000 ਕਿਲੋਮੀਟਰ ਉਹਰੇ ਐਸੋਸੀਏਟ ਕੰਪਨੀ ਲਾਈਕ ਯੂ ਸੈਡ ਦੀਪ, ਜੁਝਾਰ, ਡੇਲੀ ਪੋਸਟ ਵਾਲੇ, ਇਹਨਾਂ ਲੋਕਾਂ ਦਾ ਸੀ। 20,000 ਅਦਰ ਲੋਕਾਂ ਦਾ ਸੀਗਾ। ਉਹ ਅਸੀਂ ਐਕਸਟੈਂਸ਼ਨਾਂ ਉਡਾ ਦਿੱਤੀਆਂ। ਜਦੋਂ ਅਸੀਂ ਉਡਾਤੀਆਂ, ਉਹ ਹਾਈ ਕੋਰਟ ਚ ਜਸਟਿਸ ਖੇਤਰਪਾਲ ਦੀ ਕੋਰਟ ਚ ਗਏ। ਕੋਰਟ ਸੈਡ ਕਿ ਗੋ ਟੂ ਦਾ ਸਟੈਟ, ਦੇਰ ਇਜ਼ ਅ ਸਟੈਟ ਟ੍ਰਿਬਿਊਨਲ ਆਫ, ਸਾਡਾ ਟਰਾਂਸਪੋਰਟ ਦਾ ਇੱਕ ਟ੍ਰਿਬਿਊਨਲ ਹੈ ਜਿੱਥੇ ਸਿਟਿੰਗ ਜੱਜ ਉਰੇ ਤੇ ਬੈਠਦੇ ਆ। ਉੱਥੇ ਉਹਨਾਂ ਨੇ ਸਟੇ ਦਿੱਤਾ। ਜਦੋਂ ਅਸੀਂ ਉਡਾਤੀਆਂ ਐਕਸਟੈਂਸ਼ਨਸ, ਜਿਹੜਾ 9.5 ਸਾਲ ਪੁਰਾਣਾ ਫੈਸਲਾ ਸੀ, ਉਸ ਤੋਂ ਬਾਅਦ ਕੀ ਹੋਇਆ? ਜਦੋਂ ਸਟੇ ਦਿੱਤਾ, ਅਸੀਂ ਦੁਬਾਰਾ ਹਾਈ ਕੋਰਟ ਚ ਗਏ। ਅਸੀਂ ਹਾਈ ਕੋਰਟ ਨੂੰ ਕਿਹਾ ਕਿ ਕਿਰਪਾ ਕਰਕੇ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਜਾਵੇ ਕਿਉਂਕਿ ਇੰਨਾ ਪੁਰਾਣਾ ਕੇਸ ਹੈ। ਜਿਨ ਜਸਟਿਸ ਖੇਤਰਪਾਲ ਨੇ ਟਾਈਮ ਬਾਉਂਡ ਕੀਤਾ ਸਟੈਟ ਨੂੰ ਕਿ ਵਿਦਿਨ 15 ਡੇਜ਼ ਫੈਸਲਾ ਦਿਸ ਵੇ ਔਰ ਦੈਟ ਵੇ ਆਉਣਾ ਚਾਹੀਦਾ ਹੈ। ਐਂਡ ਵਾਟ ਹੈਪਨ? ਉਹ ਜਸਟਿਸ ਖੇਤਰਪਾਲ ਦੇ ਖਿਲਾਫ ਕੀ ਇਹਨੇ ਟਾਈਮ ਬਾਉਂਡ ਕੀਤਾ। ਉਹ ਐਸਐਲਪੀ ਦਿੱਲੀ ਚ ਚਲੇ ਗਏ, ਉੱਥੇ ਪੈਂਡਿੰਗ ਪਈ ਹੈ ਹਜੇ ਐਸਐਲਪੀ। ਲੇਕਿਨ ਐਸਐਲਪੀ ਨੇ ਇਹ ਫੈਸਲਾ ਕਰਤਾ ਕਿ ਭਾਈ ਸਟੈਟ ਆਪਦੀ ਮਰਜ਼ੀ ਨਾਲ ਫੈਸਲਾ ਕਰ ਸਕਦੀ ਹੈ। ਅੱਜ ਤੋਂ 10 ਦਿਨ ਪਹਿਲਾਂ ਸਟੈਟ ਦਾ ਫੈਸਲਾ 43 ਪੇजेस ਦਾ ਸਾਡੇ ਹੱਕ ਚ ਆਇਆ ਕਿ ਜਿਹੜਾ 1 ਲੱਖ ਕਿਲੋਮੀਟਰ ਨਜਾਇਜ਼ ਚੱਲ ਰਿਹਾ ਸੀ ਬਾਦਲਾਂ ਦਾ, 60,000 ਤੇ 20,000 ਐਸੋਸੀਏਟ ਦਾ, ਇਹ ਉਡਾ ਦਿੱਤਾ ਗਿਆ ਹੈ। ਉਹ ਬਿਲਕੁਲ ਉਡਾ ਦਿੱਤਾ, ਸਾਡੇ ਹੱਕ ਚ ਆਇਆ। ਪਰ ਜਿਹੜਾ ਹੁਣ ਹਾਈ ਕੋਰਟ ਅੱਛਾ, ਵਾਟ ਇਜ਼ ਦ ਨੈਕਸਟ? ਮੈਂ ਉਹਨੂੰ ਚੁਣੌਤੀ ਦੇ ਰਹੇ ਜਿਹੜਾ ਹੋ, ਤੁਸੀਂ ਉਹਦੀ appeal ਕਰ ਰਹੇ ਆਰਬਿਟ ਹੋ। ਤੇ ਦੀਪ ਨੂੰ ਆਪਣੇ ਵੇ ਵਿੱਚ ਰਿਲੇਟ ਕਰ ਰਹੇ ਹੋ। ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਟੈਕਸ ਭਰੋ, ਇਹਨਾਂ ਨੇ ਕਿਹਾ ਕਿ ਅਸੀਂ ਇਨਸਟਾਲਮੈਂਟ ਦੇਵਾਂਗੇ। ਆਈ ਰਿਫਿਊਜ਼ ਕਿ देयर इज नो ਇਨਸਟਾਲਮੈਂਟ ਦਾ ਕੋਈ ਮਤਲਬ ਨਹੀਂ ਹੈ, ਸਿੱਧੇ ਸਾਨੂੰ ਪੈਸੇ ਭਰੋ। ਇਹ ਕੋਰਟ ਚ ਗਏ ਕਿ ਸਾਨੂੰ ਇਨਸਟਾਲਮੈਂਟ ਕੀਤੀਆਂ ਜਾਣ। ਕੋਰਟ ਸੈਡ ਕਿ ਭਾਈ ਉਹ ਵੀ ਜਸਟਿਸ ਖੇਤਰਪਾਲ ਦੇ ਲੱਗਿਆ। ਉਹ ਕਹਿੰਦੇ ਵੀ ਇਹ ਡਿਪਾਰਟਮੈਂਟ ਦਾ ਇੰਟਰਨਲ ਮਸਲਾ ਹੈ, ਉਹ ਕਿਸ਼ਨਾ ਕਰਨ ਨਾ ਕਰਨ, ਤੁਸੀਂ ਪੈਸੇ ਦਿਓ। ਡਿਸਮਿਸਡ। ਅਸੀਂ 20 ਦਿਨ ਮੌਕਾ ਦਿੱਤਾ ਕਿ ਇਹ ਪੈਸੇ ਭਰਨਗੇ, ਆਰਬਿਟ ਐਂਡ ਦੂਸਰੀਆਂ ਅਦਰ ਨਿਊਦੀਪ ਕੰਪਨੀ। ਇਹਨਾਂ ਨੇ 20 ਦਿਨ ਪੈਸੇ ਨਹੀਂ ਭਰੇ। ਆਫਟਰ ਦੈਟ देयर इज अ प्रोविजन इन अ एक्ट ਕਿ ਅਸੀਂ ਜਿਹੜਾ ਲੋਕ ਟੈਕਸ ਨਹੀਂ ਭਰਦੇ ਅਸੀਂ ਉਹਦੇ ਪਰਮਿਟਸ ਕੈਨਸਲ ਕਰ ਦੇ ਸਕਦੇ। ਅਸੀਂ ਇਹਨਾਂ ਦੇ ਪਰਮਿਟਸ ਰੱਦ ਕਰ ਦਿੱਤੇ ਗਏ। ਦੈਨ ਆਫਟਰ ਦੈਟ ਸੁਖਬੀਰ ਬਾਦਲ ਨੇ ਪੈਸੇ ਭਰਾਏ ਸਮਥਿੰਗ ਮੇਰੇ ਖਿਆਲ 14.25 ਕਰੋੜ ਕੇ 14 ਕਰੋੜ ਰੁਪਇਆ ਆਪਦਾ ਟੈਕਸ ਜਮਾ ਕਰਾਇਆ ਆਰਬਿਟ ਐਵੀਏਸ਼ਨ ਐਂਡ ਡਿਫਰੈਂਟ ਕੰਪਨੀਆਂ ਦਾ। ਦੈਨ ਨਿਊਦੀਪ ਨੇ ਵੀ ਕਰਾਇਆ। ਜਦੋਂ ਆਰਬਿਟ ਨੇ ਕਰਾ ਕੇ ਤੇ ਫਿਰ ਉਹ ਕੋਰਟ ਚ ਗਏ। ਦੈਨ ਕੋਰਟ ਸੇਜ਼ ਕਿ ਯਾਰ ਤੁਸੀਂ ਪੈਸੇ ਲੈਣੇ ਸੀ,
ਤੁਸੀਂ ਪੈਸੇ ਕਰਕੇ ਇਹਨਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ, ਇਹਨਾਂ ਨੇ ਹੁਣ ਪੈਸੇ ਤੁਹਾਡੇ ਉਹਨਾਂ ਭਰ ਨੇ ਦਿੱਤੇ challenge ਗਏ। ਤਾਂ ਇਸੇ ground ਤੇ ਨੋ ਕੀਤਾ ਨੋ ਨਾ। ਨੋ ਦੇ ਸੈਡ ਕਿ ਪੈਸੇ ਭਰਤੇ, ਹੁਣ ਇਹਨਾਂ ਦੀਆਂ ਬੱਸਾਂ ਛੱਡ ਦਿਓ। ਫਿਰ ਤਾਂ ਇਹਦਾ ਮਤਲਬ ਇਹ ਅਸੀਂ- ਹੋਇਆ ਨਾ ਕਿ ਉਹ ਲੀਗਲ ਬੱਸਾਂ ਦੇ ਪੈਸੇ ਫਿਰ ਮਾਫੀਆ ਵਾਲੀਆਂ ਬੱਸਾਂ ਕਿੱਥੇ ਨੋ ਜਿਹੜੀਆਂ ਮਾਫੀਆ ਸੀ ਮਾਫੀਆ ਤੁਹਾਨੂੰ ਕਹਤਾ ਨਾ, ਫਿਰ ਮਾਫੀਆ ਬੱਸਾਂ ਤੁਸੀਂ ਬੱਸਾਂ ਸਾਰੀਆਂ ਛੱਡ ਰਹੇ ਹੋ ਨਾ। ਸੁਣ ਲਓ ਮੈਂ ਸੋ ਮਾਫੀਆ ਸਿਰਫ ਐਕਸਟੈਂਸ਼ਨ ਦਾ ਸੀ, ਇਹ ਕਹਿਣਾ ਚਾਹ ਨਹੀਂ ਐਕਸਟੈਂਸ਼ਨ ਐਂਡ ਇਲੀਗਲ ਬੱਸਸ ਮੈਂ ਤੁਹਾਨੂੰ ਦੱਸ ਰਿਹਾ, ਉਹਦੇ ਚ ਵੀ ਤੁਹਾਨੂੰ ਹੁਣੇ ਸਮਝ ਆਏਗੀ ਵਾਟ ਇਜ਼ ਦੈਟ ਮਾਫੀਆ ਜਿਹੜਾ ਸਹੀਗਾ ਉਹ ਦੱਸ। ਉਹਨਾਂ ਨੇ ਕਿਹਾ ਕਿ ਤੁਸੀਂ ਪੈਸੇ ਭਰਾਤੇ ਬੱਸਾਂ ਛੱਡ ਦਿਓ। ਹੁਣ ਕੀ ਹੋ ਰਿਹਾ, ਹੁਣ ਤੁਸੀਂ ਸੁਣਿਆ ਹੋਣਾ ਨਿਊਦੀਪ ਨੂੰ, ਹੀ ਆਲਵੇਜ਼ ਸੇਜ਼ ਕਿ ਮੇਰੇ ਕੋਲੇ 86 ਪਰਮਿਟ ਨੇ, 86 ਪਰਮਿਟਸ 87 87 ਲਾ ਲਓ। ਲੇਕਿਨ ਉਹਨੇ ਕੀ ਕੀਤਾ ਹੋਇਆ ਸੀ, ਮਾਫੀਆ ਕਿੱਥੋਂ ਚੱਲਦਾ ਹੈ, 87 ਬੱਸਾਂ ਦੇ ਰਿਗਾਰਡਿੰਗ ਉਹਨੇ ਹੁਣ ਜਦੋਂ ਟੈਕਸ ਭਰਿਆ ਇੱਕ ਪਰਮਿਟ ਤੇ 8 ਬੱਸਾਂ ਚੜਾਈਆਂ ਵੀ ਹੈ, ਕਿਸੇ ਤੇ 6-7 ਡਾਟਾ ਆਈ ਹੈਵ ਅ ਲਿਸਟ ਵਿਦ ਮੀ, ਯੂ ਕੈਨ ਆਲਵੇਜ਼ ਇਹ ਲਿਸਟ ਤੁਸੀਂ ਆਰਟੀਏ ਤੋਂ ਲੈ ਸਕਦੇ ਹੋ, ਮੈਂ ਤੁਹਾਨੂੰ WhatsApp ਸ਼ਾਇਦ ਪਾਈ ਹੈ, ਨਹੀਂ ਤਾਂ ਹੁਣੇ ਪਾ ਦਿਆਂਗਾ। ਪਰਮਿਟ 1 ਬੱਸਾਂ 5, ਜਦਕਿ ਪਾਲਿਸੀ ਤੇ ਇਹ ਹੈ ਕਿ 1 ਬੱਸ 1 ਪਰਮਿਟ, ਇਸ ਤੋਂ ਬਾਅਦ ਨਹੀਂ ਹੈ। ਉਹਦੇ ਕੋਲ ਜਿਹੜਾ ਫਲੀਟ ਹੈ ਜਦੋਂ ਨੰਬਰ ਪਾਇਆ ਤਾਂ ਉਹ ਸੀਗਾ 113 ਬੱਸਾਂ ਦਾ ਫਲੀਟ, 87 ਪਰਮਿਟ ਜਿਹੜੇ ਉਹਨੇ ਨੰਬਰ ਦਿੱਤੇ ਆਰਟੀਏ ਨੂੰ, that is 113 ਬੱਸਾਂ ਦੇ ਨੰਬਰ ਦਿੱਤੇ। ਨਾਓ that means 37 ਬੱਸਾਂ above than permit, ਨਹੀਂ ਸਮਝਾਈ, ਅੰਡਰਸਟੈਂਡ। 87 ਬੱਸਾਂ ਦੇ ਰਿਗਾਰਡਿੰਗ ਤੁਹਾਡੇ ਕੋਲ 2 ਫਾਲਤੂ ਹੋਣੀਆਂ ਚਾਹੀਦੀਆਂ ਵੱਧ ਤੋਂ ਵੱਧ, ਕਿ ਕਿਤੇ ਬ੍ਰੇਕਡਾਊਨ ਹੋ ਗਈ ਬੱਸ ਤੇ ਤੁਸੀਂ ਉੱਥੇ ਦੂਸਰੀ ਭੇਜ ਸੀ। ਉਹਦੇ ਕੋਲ 37 ਬੱਸਾਂ ਪਲੱਸ ਚ ਹੈਗੀਆਂ ਜਿਹੜੀਆਂ ਅਸੀਂ ਹਾਈ ਕੋਰਟ ਚ ਵੀ ਲੈ ਕੇ ਗਏ। ਉਹ 37 ਬੱਸਾਂ ਕਿੱਥੇ ਚੱਲ ਰਹੀਆਂ ਸੀ, ਕਿਉਂਕਿ 1 ਬੱਸ ਕਾਸਟ 30 ਲੱਖ ਰੁਪਏ, 30 ਲੱਖ ਰੁਪਏ ਦੀ ਬੱਸ ਘਰੇ ਤਾਂ ਖੜਾਈ ਨਹੀਂ ਬੰਦੇ ਨੇ। 87 ਪਰਮਿਟ ਹੈ, 113 ਬੱਸਿਸ ਹੈ, ਉਹ ਚੱਲ ਰਹੀਆਂ ਸਨ। ਉਹਨਾਂ ਦੇ ਨੰਬਰ ਵੀ ਪਿਛਲੇ ਪਾਸੇ 78 ਸੋ ਦੈਟ ਨੋਬਡੀ ਕੈਨ ਅੰਡਰਸਟੈਂਡ। ਸਾਰੀ ਕੰਪਨੀ ਦੇ 113 ਬੱਸਾਂ ਦੇ ਮਗਰਲੇ ਪਾਸੇ 78 ਹੈ। ਸੋ ਅਸੀਂ ਆਖਿਆ ਦਿਸ ਇਜ਼ ਵਾਟ ਬੁਲਸ਼ਿਟ। ਉਹਦੇ ਵਿੱਚੋਂ 36 ਪਰਮਿਟ, 36 ਪਰਮਿਟ ਆਊਟ ਆਫ ਦੈਟ 86 ਜਿਹੜੀ ਤੁਸੀਂ ਕੈਨਸਲ ਕੀਤੇ, ਨਹੀਂ ਹਾਂਜੀ ਜਿਹੜੇ 36 ਪਰਮਿਟ ਤੁਸੀਂ ਆਊਟ ਆਫ 86 36 ਪਰਮਿਟ ਜਿਹੜੇ ਵੈਲਿਡ ਹੀ ਨਹੀਂ ਹੈ, ਰੀਨਿਊ ਹੀ ਨਹੀਂ ਹੈ। ਹੁਣ ਕੀ ਹੋਇਆ, ਵਾਟ ਹਾਈ ਕੋਰਟ ਸੇਜ਼ ਕਿ ਤੁਸੀਂ ਇਹਨਾਂ ਦੀਆਂ ਬੱਸਾਂ ਇਹਨਾਂ ਨੇ ਪੈਸੇ ਭਰਤੇ ਛੱਡਤੇ, ਅਸੀਂ ਛੱਡਤੀਆਂ। ਕਿਹੜੀਆਂ ਬੱਸਾਂ ਛੱਡੀਆਂ, ਓਨਲੀ ਦੋਜ਼ ਹੂ ਆਰ ਵੈਲਿਡ। 36 ਜਿਹੜੀਆਂ ਨਹੀਂ ਸੀਗੇ ਵੈਲਿਡ ਉਹ ਮੈਂ ਨਹੀਂ ਛੱਡੀਆਂ। ਅਨਦਰ ਥਿੰਗ, I have given the showcase notice to that company कि please 10 ਦਿਨਾਂ ਦਾ ਟਾਈਮ ਦਿੱਤਾ ਹੈ, showcase notice ਦੇਤਾ ਕਿ please let me know or tell me ਇਹ 37 ਬੱਸਾਂ ਕਿੱਥੇ ਚਲਾ ਰਿਹਾ ਸੀ ਭਾਈ। ਇਹ 37 ਬੱਸਾਂ ਅੱਡੇ 'ਚ ਖੜੇ ਕਰਨ ਨੂੰ ਹੈ ਕਿ ਕਿੱਥੇ ਚਲਾ ਰਿਹਾ ਸੀ ਐਕਸਟਰਾ 37 ਬੱਸਸ, ਟੈਲ ਮੀ। ਹੁਣ ਉਹਦਾ ਸ਼ੋਕਸ ਨੋਟਿਸ ਦਿੱਤਾ, ਆਫਟਰ ਦੈਟ ਵੀ ਆਰ ਗੋਇੰਗ ਟੂ ਪੁੱਟ ਅ ਇਨਕੁਆਇਰੀ ਕਿ ਇਹ 37 ਬੱਸਾਂ ਵੀ ਪੰਜਾਬ ਸਰਕਾਰ ਦਾ ਟੈਕਸ ਖਾ ਰਹੀਆਂ ਸਨ। ਅੱਜ ਉਹ 37 ਬੱਸਾਂ ਉਹਨਾਂ ਨੇ ਬੰਦ ਹੈ, ਸੋ ਦੈਟਸ ਵਾਈ ਰੈਵਨਿਊ ਇਨਕਰੀਜ਼ਸ। ਹੁਣ ਜਿਹੜੀਆਂ ਬੱਸਸ, ਸੋ ਨਾਟ ਓਨਲੀ ਦੈਟ, ਇੱਕ ਸੈਕਿੰਡ, ਜਿਹੜਾ ਐਕਸਟੈਂਸ਼ਨ ਵਾਲਾ ਮਾਫੀਆ ਨਹੀਂ ਹੈ, ਐਕਸਟੈਂਸ਼ਨ ਵਾਲਾ ਮਾਫੀਆ ਇਜ਼ ਅ ਵਨ ਮਾਫੀਆ। ਅਨਦਰ ਜਿਹੜਾ ਆ 37 ਦਾ ਇੱਕ ਕੰਪਨੀ ਦਾ ਉੱਲਾ ਹੈ, ਤੇ ਬਾਦਲ ਦੀਆਂ ਜਿਹੜੀ ਬੱਸ ਨੂੰ ਜਿਪਸੀ ਲਾ ਕੇ ਪੁਲਿਸ ਵਾਲਾ ਲੈ ਕੇ ਜਾਂਦਾ ਸੀ, ਉਹ ਤਾਂ 150, 200, 300 ਬੱਸ ਜਾਲੀ ਚਲਾ ਰਿਹਾ ਹੋਣਾ, ਵਿਦਆਊਟ ਪਰਮਿਟ ਚਲਾ ਰਿਹਾ। ਕੀ ਤੁਸੀਂ ਇਹਦੇ ਨਾਲ ਇਹ ਦੱਸ ਸਕਦੇ ਹੋ ਵੀ ਹੋਰ ਜਿਹੜੇ ਬੱਸ ਆਪਰੇਟਰ ਨੇ ਉਹਨਾਂ ਦੀਆਂ ਕਿੰਨੀਆਂ ਬੱਸਾਂ ਸੀ, ਕਿ ਉਹ ਵੀ ਐਕਸਟੈਂਸ਼ਨ ਪਰਮਿਟ ਇਸ ਤਰੀਕੇ ਨਾਲ ਚਲਾਉਂਦੇ ਸੀ, ਇੱਕ ਇੱਕ ਤੇ ਕਿੰਨੀਆਂ, ਜਾਂ ਕਿੰਨੀਆਂ ਤੁਸੀਂ ਬਾਉਂਡ ਕੀਤੀਆਂ? ਨੋ ਮੈਂ ਤੁਹਾਨੂੰ ਦੱਸਦਾ, ਲੱਖ ਕਿਲੋਮੀਟਰ ਚ ਬਾਦਲ 60,000 ਕਿਲੋਮੀਟਰ, ਬਿਕੋਜ਼ ਬਾਦਲ ਹੈਵ ਦ ਡਿਫਰੈਂਟ ਕੰਪਨੀਜ਼, ਨਾਟ ਓਨਲੀ ਆਰਬਿਟ, ਕੱਲੀ ਆਰਬਿਟ ਨਹੀਂ ਹੈ, ਕਰੀ ਡੱਬ ਵਾਲੀ ਟਰਾਂਸਪੋਰਟ ਨਹੀਂ ਹੈ। There is another company, A to Z company. Nobody knows if that belongs to Badals. There is another company, Rajdhani company. Nobody knows that belongs to Sukhbir Singh Badal. There is another company, Swagatam. Nobody knows, ਕਿਸੇ ਨੂੰ ਨਹੀਂ ਪਤਾ ਕਿ Swagatam belongs to Sukhbir Badal. Indo-Canadian belongs to Sukhbir Badal. Zing company belongs to Sukhbir Badal. ਪਰ ਉਹ ਕਹਿੰਦੇ ਨੇ ਕਿ ਬਿਜ਼ਨਸ ਤਾਂ ਕਰਦੇ ਆ, ਉਹ ਚਾਹੇ ਹੋਟਲਾਂ ਦੀ ਗੱਲ ਹੋਈ, ਚਾਹੇ ਚੈਨਲ ਦੀ, ਉਹ ਕਹਿੰਦੇ ਕਿ ਬਿਲਕੁਲ ਕਰਦੇ ਆ, ਠੋਕ ਕੇ ਕਰਦੇ ਆ, ਰਿਕਾਰਡ ਕਰਦੇ ਆ, ਸੁਖਬੀਰ ਸਿੰਘ ਬਾਦਲ ਦਾ ਕਰਦੇ ਨੇ। You tell me it's a conflict of interest. ਤੁਸੀਂ ਸਰਕਾਰ 'ਚ ਰਹਿ ਕੇ ਰਾਜਾ ਵੜਿੰਗ, if I am putting my buses, tell me audience, ਉਹ ਕਹਿੰਦੇ ਕਾਰੋਬਾਰ ਆ ਸਾਡਾ। No. If I am putting my, so then ਫਿਰ ਕੀ ਕਸੂਰ ਸੀਗਾ ਰਾਣਾ ਗੁਰਜੀਤ ਦਾ, ਕੀ ਕਸੂਰ ਸੀਗਾ? ਉਹ ਵੀ ਰੇਤ ਦੀ ਆਕਸ਼ਨ ਦੇ ਵਿੱਚ ਆਕਸ਼ਨ ਲਈ ਸੀ, ਆਕਸ਼ਨ ਕੀਤੀ, ਬਿਡਿੰਗ ਹੋਈ, ਇਟਸ ਅ ਓਪਨ ਬਿਡਿੰਗ, ਤੇ ਰਾਣਾ ਗੁਰਜੀਤ ਨੇ ਓਪਨ ਬਿਡਿੰਗ ਦੇ ਵਿੱਚ ਆਪਣੀ ਲੈ ਲਈ। ਅਗਰ ਰਾਜਾ ਵੜਿੰਗ ਖੁਦ ਆਪਦੀਆਂ ਬੱਸਸ ਪਾਏਗਾ, ਉੱਥੇ ਕਨਫਲਿਕਟ ਆਫ ਇੰਟਰਸਟ ਬਣੇਗਾ, ਤੇ ਫਿਰ ਮੈਂ ਆਪਦੀ ਬੱਸ ਮੇਰੀ ਚੱਲੇਗੀ, ਨਾਟ ਬਾਦਲ ਦੀ। ਜਦੋਂ ਬਾਦਲ ਦੀਆਂ ਬੱਸਸ, ਬਾਦਲ ਹੀ ਮੁੱਖ ਮੰਤਰੀ,
ਸੋ ਦੈਟ ਇਜ਼ ਦਾ ਰੀਜ਼ਨ ਕਿ ਸਾਡੀਆਂ ਸੋ ਹਾਲਾਤ ਮੈਂ ਪੰਜਾਬ ਰਾਜਾ ਜੀ ਦੇ ਇਹਦੇ ਨਾਲ ਹੀ ਜੋੜ ਕੇ ਇਸ ਨੂੰ ਅੱਗੇ ਵਧਾਉਣਾ ਚਾਹਣਾ ਹੈ। ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਮਤਲਬ ਯੂ ਫੀਲ ਦੈਟ ਕਿ ਜਿਹੜਾ ਵੀ ਪੋਲਿਟਿਕਸ ਦੇ ਵਿੱਚ ਹੈ, ਐਕਟਿਵ ਪੋਲਿਟਿਕਸ ਦੇ ਵਿੱਚ ਹੈ, ਉਹਨੂੰ ਘੱਟੋ ਘੱਟ ਆਪਣੇ ਐਸੇ ਬਿਜ਼ਨਸ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਕਨਫਲਿਕਟ ਆਫ ਇੰਟਰਸਟ ਹੋਵੇ ਔਰ ਸਿੱਧਾ ਸਿੱਧਾ ਪਬਲਿਕ ਤੇ ਵਿਜੇਪਾਲ, ਪਬਲਿਕ ਅੱਜ ਪੋਲੀਟੀਸ਼ੀਅਨ ਦੀ ਬਦਨਾਮੀ ਕਿਉਂ ਹੈ? ਅੱਜ ਪੋਲੀਟੀਸ਼ੀਅਨ ਨੂੰ ਗੰਦੀ ਨਜ਼ਰ ਨਾਲ ਕਿਉਂ ਦੇਖਿਆ ਜਾਂਦਾ ਹੈ? ਦੈਟ ਇਜ਼ ਦਾ ਓਨਲੀ ਰੀਜ਼ਨ। ਪੋਲੀਟੀਸ਼ੀਅਨ ਸੇਵਾ ਕਰਨ ਵਾਸਤੇ ਆਇਆ ਸੀ, ਪੋਲੀਟਿਕਸ਼ਨ ਸਿਸਟਮ ਨੂੰ ਸੁਧਾਰ ਕਰਨ ਵਾਸਤੇ ਆਇਆ ਹੈ। ਇਹ ਪਬਲਿਕ ਚਾਹੁੰਦੀ ਹੈ ਕਿ ਰਾਜਾ ਵੜਿੰਗ ਟਰਾਂਸਪੋਰਟ ਸੁਧਾਰ ਲੈ ਕੇ ਆਵੇ। ਇਹ ਪਬਲਿਕ ਚਾਹੁੰਦੀ ਹੈ ਕਿ ਇਹਨੂੰ ਸਿਸਟਮ ਨੂੰ ਬਦਲੇ, ਟਰਾਂਸਪੋਰਟ ਦੇ ਨੂੰ। ਅਸੀਂ ਵੀ ਅਮਰੀਕਾ ਕੈਨੇਡਾ ਦੇ ਵਾਂਗੂ ਸਾਡੀਆਂ ਬੱਸਸ ਚੱਲਣ, ਦੌੜਨ, ਰੈਵਨਿਊ ਆਏ, ਕੰਮ ਹੋਵੇ, EMPLOYMENT ਮਿਲੇ। ਇਹ ਨਹੀਂ ਚਾਹੁੰਦੇ ਕਿ ਰਾਜਾ ਵੜਿੰਗ ਬਿਜ਼ਨਸ ਕਰੇ ਔਰ 100 ਬੱਸ ਆਪਣੇ ਹੀ ਘਰ ਵਾਲੀ ਦੇ ਨਾਮ ਤੇ ਪਾ ਲੇ। ਪਬਲਿਕ ਡੋਂਟ ਵਾਂਟ ਦੈਟ। ਇੱਕ ਵਿਜੇ ਤੇ ਜਦੋਂ ਪੋਲੀਟੀਸ਼ੀਅਨ ਅਸੀਂ ਕਾਰੋਬਾਰ ਕਰਾਂਗੇ ਫਿਰ ਅਸੀਂ ਕਾਰੋਬਾਰ ਬਣੀਏ, ਨਾਟ ਪੋਲੀਟੀਸ਼ੀਅਨ। ਪੋਲੀਟੀਸ਼ੀਅਨ ਦਾ ਮਤਲਬ ਨਹੀਂ ਕਿ ਉਹ ਕਾਰੋਬਾਰ ਕਰੇ। ਕਾਰੋਬਾਰ ਕਰਨਾ ਹੈ ਤੇ ਉਹਦਾ ਕਾਰੋਬਾਰ ਕਰ ਲੈ ਕੋਈ, ਲੇਕਿਨ ਗਵਰਨਮੈਂਟ ਦੇ ਵਿੱਚ ਉਹਦਾ ਲੈਣ ਦੇਣ ਨਹੀਂ ਹੋਣਾ ਚਾਹੀਦਾ। ਮੈਂ ਕਮਿਸ਼ਨ ਏਜੰਟ ਹਾਂ, ਮੈਂ ਕੋਈ ਹੋਰ ਕਾਰੋਬਾਰ ਕਰ ਰਿਹਾ, ਨੋਬਡੀ ਮਾਈਂਡਸ। ਮੈਂ ਟਰਾਂਸਪੋਰਟ ਮਹਿਕਮੇ ਦਾ ਮਾਲਕ ਹਾਂ ਤੇ ਟਰਾਂਸਪੋਰਟ ਚਲਾ ਰਿਹਾ ਹਾਂ। ਇਹ ਬੜੀ ਚਲੋ ਮੈਂ ਟਰਾਂਸਪੋਰਟ ਨਾਲ ਹੀ ਰਿਲੇਟਡ ਇੱਕ ਸੈਕਿੰਡ ਬਿੰਦਰ, ਮੈਂ ਟਰਾਂਸਪੋਰਟ ਨਾਲ ਹੀ ਰਿਲੇਟਡ ਛੋਟਾ ਜਿਹਾ, ਨਹੀਂ ਅਸੀਂ ਨਹੀਂ ਲੜਦੇ, ਇੱਕ ਛੋਟਾ ਜਿਹਾ ਇਹ ਹੈ ਕਿ ਤੁਸੀਂ ਹੁਣ ਤੁਹਾਡੇ ਕੋਲੇ ਬਹੁਤ ਘੱਟ ਸਮਾਂ ਬਚਿਆ ਹੈ, ਥੋੜੇ ਦਿਨਾਂ 'ਚ ਕੋਡ ਲੱਗ ਜਾਣਾ ਹੈ, ਉਸ ਤੋਂ ਬਾਅਦ ਇਹ ਤਾਂ ਤੁਸੀਂ ਇੱਕ ਕਾਰਵਾਈ ਜਿਹੜੀ ਆਪਣੀ ਦੱਸੀ ਯਾਰ ਘੱਟ ਸਮੇਂ 'ਚ ਸੁਖਬੀਰ ਬਾਦਲ ਚੀਕਾ ਮਾਰ ਰਿਹਾ ਕਿ ਨਹੀਂ ਮਾਰ ਰਿਹਾ? ਜਸਟ ਟੈਲ ਮੀ ਦੈਟ। ਮੈਂ ਉਹ ਗੱਲ ਹੀ ਸੁਖਬੀਰ ਕਹਿ ਰਿਹਾ ਕਿ ਮੈਂ ਰਾਜੇ ਵੜਿੰਗ ਦਾ ਨਾਮ ਨਹੀਂ ਲੈਣਾ, ਫਿਰ ਲੈ ਰਿਹਾ। ਸੁਖਬੀਰ ਕਹਿੰਦਾ ਮੈਨੂੰ ਇਹਦੀ ਪਰਵਾਹ ਨਹੀਂ, ਫਿਰ ਕਰ ਰਿਹਾ। ਸੁਖਬੀਰ ਕਹਿ ਰਿਹਾ ਕਿ ਮੈਂ ਇਹਨੂੰ ਸੰਤਰੀ ਬਣਾ ਦਿਆਂਗਾ। ਘੱਟ ਸਮੇਂ 'ਚ 4.5 ਸਾਲ ਪਹਿਲਾਂ ਸੀ, 14 ਸਾਲ ਕਿਸੇ ਨੇ ਨਹੀਂ, ਅੱਜ ਸੁਖਬੀਰ ਬਾਦਲ ਚੀਕਾ ਮਾਰ ਰਿਹਾ। ਮੇਰਾ ਸਵਾਲ ਪੂਰਾ ਹੋਣ ਦਿਓ। ਮੈਂ ਬੇਸਿਕਲੀ ਇਹ ਪੁੱਛਣਾ ਚਾਹ ਰਿਹਾ ਕਿ ਤੁਸੀਂ ਇੰਨੇ ਟਾਈਮ 'ਚ ਜੋ ਐਕਸ਼ਨ ਕੀਤਾ ਹੈ, ਤੁਸੀਂ ਬੜੇ ਜ਼ੋਰਦਾਰ ਤਰੀਕੇ ਨਾਲ ਉਹਨੂੰ ਦੱਸ ਵੀ ਰਹੇ ਹੋ, ਪੂਰੇ ਜੋਸ਼ 'ਚ ਆ ਕੇ ਦੱਸ ਰਹੇ ਹੋ, ਪਰ ਇੱਕ ਬਲੂਪ੍ਰਿੰਟ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ 100% ਸਾਡੀ ਸਰਕਾਰ ਆ ਜਾਣੀ ਹੈ ਤੇ ਫਿਰ ਇਹ ਐਦਾਂ ਹੀ ਚੱਲੀ ਜਾਣਾ ਹੈ। ਚਾਹੇ ਕੋਈ ਦੂਸਰਾ ਵੀ ਆਉਂਦਾ ਹੈ, ਕੱਲ ਨੂੰ ਰਾਜਾ ਵੜਿੰਗ ਦੀ ਜਗ੍ਹਾ ਤੇ ਕੋਈ ਦੂਸਰਾ ਟਰਾਂਸਪੋਰਟ ਮੰਤਰੀ ਆ ਜਾਂਦਾ ਹੈ, ਕੀ ਤੁਸੀਂ ਐਸਾ ਬਲੂਪ੍ਰਿੰਟ ਇੱਕ ਤਿਆਰ ਕੀਤਾ ਹੈ ਕਿ ਦੂਜਿਆਂ ਤੇ ਆ ਕੇ ਘੱਟੋ ਘੱਟ ਬੋਝ ਨਾ ਪਵੇ ਜਾਂ ਉਹ ਕੰਮ ਉਸੇ ਤਰੀਕੇ ਨਾਲ ਅੱਗੇ ਵੱਧਦਾ ਜਾਵੇ? ਕੀ ਐਸਾ ਕੁਝ ਤਿਆਰ ਕਰ ਲਿਆ? ਯੈਸ, ਡੂਇੰਗ ਦੈਟ ਦੇ ਮੋਸਟ ਇੰਪੋਰਟੈਂਟ ਗੱਲਾਂ ਸੀਗੀਆਂ ਕਿ ਅਸੀਂ ਆਮ ਜਨਤਾ ਨੂੰ ਪਰਮਿਟਸ ਦੇਈਏ, ਆਮ ਲੋਕਾਂ ਨੂੰ ਜੀ। ਦੈਟ ਇਜ਼ ਇਨ ਦਾ ਪਾਈਪਲਾਈਨ। 2-4 ਦਿਨਾਂ 'ਚ ਸੁਣਵਾਈ ਹੋ ਰਹੀ ਹੈ। ਜਿਹੜਾ ਇੱਕ ਵਾਅਦਾ ਕੀਤਾ ਸੀ ਸਰਕਾਰ ਨੇ ਅਨਪਲੋਇਮੈਂਟ ਯੂਥ ਨੂੰ ਪਰਮਿਟਸ ਦੇਣ ਦਾ, ਉਹ ਅਸੀਂ ਡਿਸਟ੍ਰੀਬਿਊਟ ਬਿਫੋਰ ਕੋਡ ਦੇ ਦੇਣੇ। ਅਨਦਰ ਥਿੰਗ ਕਿ ਬੱਸਿਸ ਦਾ ਬਹੁਤ ਇਹ ਸੀਗਾ, ਨਵੀਆਂ ਬੱਸਿਸ ਨਹੀਂ ਪੈਣ ਦਿੱਤੀਆਂ ਜਾ ਰਹੀਆਂ ਸੀ। ਅਸੀਂ 843 ਬੱਸਿਸ ਦੇ ਆਰਡਰ ਦੇ ਦਿੱਤੇ ਗਏ ਹੈ। ਉਹਨਾਂ ਦੇ ਵਿੱਚੋਂ 200 ਬੱਸਿਸ ਮੈਨੂੰ ਲੱਗਦਾ ਕਿ 20 ਤਰੀਕ ਨੂੰ ਸਾਡੇ ਕੋਲੇ ਫਲੈਗ ਆਫ ਵਾਸਤੇ ਆ ਜਾਣੀਆਂ। ਟੈਂਡਰ ਫਲੋਟਡ, ਬੱਸਿਸ ਦੀ ਚੈਸੀ ਆ ਗਈ, ਬੱਸਿਸ ਨੂੰ ਬਾਡੀ ਸ਼ੈਲ ਲੱਗ ਰਹੀਆਂ, ਆਲ ਡਨ। ਫਿਰ ਇਹਦੇ ਵਿੱਚ ਅਸੀਂ ਨਵੇਂ ਲੋਕਾਂ ਨੂੰ ਇਨਰੋਲ ਕਰਨਾ ਸੀਗਾ, ਅਨਪਲੋਇਮੈਂਟ ਯੂਥ ਨੂੰ। ਅਸੀਂ ਉਹ ਵੀ 2500 ਬੰਦੇ ਦਾ ਆਰਡਰ ਦੇ ਦਿੱਤਾ ਗਿਆ ਹੈ ਕਿ ਅਸੀਂ ਉਹਨੂੰ ਵੀ ਇਨਰੋਲ ਕਰ ਰਹੇ ਹਾਂ। ਦੇਰ ਇਜ਼ ਅਨਦਰ ਬਿਗ ਥਿੰਗ, ਦੈਟ ਇਜ਼ ਅ ਟਾਈਮ ਟੇਬਲ। ਜਿਹੜਾ ਟਾਈਮ ਟੇਬਲ ਹੈ, ਕਿਉਂਕਿ ਇਕੁਅਲ ਫ੍ਰੀਕੁਐਂਸੀ ਨਹੀਂ ਹੈ ਲੋਕਾਂ ਕੋਲੇ। ਮੈਂ 3 ਦਿਨ ਵਾਸਤੇ ਟਾਈਮ ਟੇਬਲ ਬਣਾਇਆ ਸੀ ਫॉर योर ਇਨਫੋਰਮੇਸ਼ਨ, ਜਿਹੜਾ ਕਿ ਕਦੇ ਬਣਿਆ ਹੀ ਨਹੀਂ ਟਾਈਮ ਟੇਬਲ, ਕਿਉਂਕਿ ਬਾਦਲ ਦੀ ਬੱਸ ਨੂੰ ਉੱਥੇ ਅੱਡੇ ਤੇ ਖੜਨ ਦੇ ਜਾਂ 9 ਮਿੰਟ ਹੈ ਤੇ ਸਾਡੀ ਬੱਸ ਨੂੰ 1.5 ਮਿੰਟ ਹੈ, ਕਿਉਂਕਿ 1.5 ਮਿੰਟ ਜਦੋਂ ਹੋ ਜਾਂਦਾ ਹੈ ਉਹ ਸਾਡੀ ਬੱਸ ਤੇ ਹੱਥ ਮਾਰਦੇ ਆ ਤੇ ਤੋੜ ਦਿੰਦੇ ਆ। ਸੋ 1.5 ਮਿੰਟ ਸਵਾਰੀ ਨਹੀਂ ਪੈਂਦੀ। ਜੇ 9-10 ਮਿੰਟ ਬੱਸ ਖੜੀ ਰਹੇਗੀ ਤਾਂ ਉਹਦੇ ਸਵਾਰੀ ਬਹਿ ਜਾਂਦੀ ਹੈ। ਉਹ ਇਸ ਕਰਕੇ ਬਾਦਲ ਦੀ ਬੱਸਿਸ ਭਰੀਆਂ ਜਾਂਦੀਆਂ ਸੀ, ਕਿਉਂਕਿ ਉਹ ਟਾਈਮ ਟੇਬਲ ਵੀ ਅਸੀਂ ਬਣਾ ਰਹੇ ਹਾਂ ਪ੍ਰੋਪਰ ਇੱਕ ਸੈੱਟ ਫਾਰਮੈਟ ਦੇ ਰਾਹੀਂ, ਤਾਂ ਜੋ ਕੋਈ ਵੀ ਮਿਨਿਸਟਰ ਆਵੇ, ਕਿਸੇ ਦੀ ਵੀ ਸਰਕਾਰ ਆਵੇ, ਬਟ ਆਈ ਐਮ ਸ਼ੋਰ ਕਿ ਜਿਹੜੀ ਅਗਲੀ ਸਰਕਾਰ ਹੈ ਉਹ ਕਾਂਗਰਸ ਪਾਰਟੀ ਦੀ ਹੀ ਬਣੇਗੀ। ਲੇਕਿਨ ਇਸ ਦੇ ਬਾਵਜੂਦ ਵੀ तमाम ਚੀਜ਼ਾਂ ਸਿਸਟਮੈਟਿਕਲੀ ਉਹਨੂੰ ਸੈਟਅਪ ਕਰ ਰਹੇ ਹਾਂ ਤਾਂ ਜੋ ਆਉਣ ਵਾਲੇ ਮਿਨਿਸਟਰ ਨੂੰ ਇਹਨਾਂ ਸਾਰੀਆਂ ਤਕਲੀਫਾਂ ਤੋਂ ਜਾਂ ਇੱਕ ਸੈੱਟ ਸਿਸਟਮ ਬਣ ਜੇ। ਔਰ ਇਸ ਸੈੱਟ ਸਿਸਟਮ ਦੇ ਰਾਹੀਂ ਹੀ ਕੰਮ। ਹੁਣ ਅਸੀਂ ਨੋਟੀਫਿਕੇਸ਼ਨ ਕਰਤਾ ਕਿ 1 ਬੱਸ 1 ਪਰਮਿਟ, ਕਿ ਕੋਈ ਬੰਦਾ ਇਹ ਕੋਤਾਹੀ ਨਾ ਕਰੇ। ਅਗਰ ਕੋਈ ਸਿਸਟਮ ਦੀ ਉਲੰਘਣਾ ਕਰੇਗਾ, ਕੋਈ ਆਰਟੀਏ ਇਧਰ ਉਧਰ, ਤਾਂ ਫੜਿਆ ਜਾਏਗਾ। ਵੜਿੰਗ ਸਾਹਿਬ, ਇੱਕ ਤੁਸੀਂ ਕਿਹਾ ਕਿ ਨਵੀਆਂ ਬੱਸਾਂ ਆ ਰਹੀਆਂ, ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਹੋ ਰਹੀ ਹੈ। 2500 ਤੁਸੀਂ ਕਹਿੰਦੇ ਕਿ ਨਵਾਂ ਰੋਜ਼ਗਾਰ ਮਿਲ ਜਾਏਗਾ। ਜਿਹੜੇ ਪਹਿਲਾਂ ਵਾਲੇ ਉਹ ਧਰਨਿਆਂ ਤੇ ਬੈਠੇ ਆ, ਉਹ ਅੱਡਿਆਂ ਦੇ ਮੂਹਰੇ ਧਰਨੇ ਦਿੰਦੇ ਆ, ਪਰਚੇ ਦਰਜ ਹੋ ਗਏ ਉਹਨਾਂ ਤੇ, ਉਹ ਕਹਿੰਦੇ ਪਹਿਲਾਂ ਸਾਡਾ ਕੁਝ ਕਰੋ। ਨਪਿੰਦਰ, ਨਵੀਆਂ ਬੱਸਾਂ ਚਲਾਊ ਕੌਣ? there are some genuine cases, there are some ingenuine cases। ਇੱਕ ਦਿਨ ਤੁਸੀਂ, ਕਿਉਂਕਿ ਸੋਸ਼ਲ ਮੀਡੀਆ ਤੇ ਬੜਾ ਟ੍ਰੋਲ ਹੋਈਦਾ ਹੈ, ਸਾਡੀ ਵੀਡੀਓ ਚੱਲੀ ਕਿ CSC ਕਾਮੇ ਸੀਗੇ। ਕਾਮੇ ਦੈਟ ਮੀਨਸ ਆਊਟਸੋਰਸ ਤੇ ਇੱਕ ਅਸੀਂ ਕੰਪਨੀ ਹਾਇਰ ਕੀਤੀ ਹੈ ਇਲੈਕਟ੍ਰਿਸਿਟੀ ਬੋਰਡ ਨੇ,
ਉਹਨਾਂ ਦੇ ਗਾਂ ਠੇਕੇ ਦੇ ਬੰਦੇ ਰੱਖੇ, ਉਹਨਾਂ ਨੇ ਮੈਨੂੰ ਤੇ ਡਿਪਟੀ ਮੁੱਖ ਮੰਤਰੀ ਨੂੰ ਘੇਰ ਲਿਆ। ਜਦੋਂ ਉਹਨੇ ਰੋਕਿਆ ਮੈਂ ਅੱਗੇ ਉੱਪਰ ਕੇ ਉਹਨਾਂ ਦੇ ਚਲਾ ਗਿਆ ਕਿ ਦੱਸੋ ਭਾਈ ਦਿੰਦੇ ਈਵਨ ਉਹ ਵੀ ਗੱਲ ਨਹੀਂ ਸਾਡੀ ਸੁਣਨਾ ਚਾਹੁੰਦੇ ਸੀ। ਉਹ ਕਹਿੰਦੇ ਨਹੀਂ ਚੱਕ ਦਿਆਂਗੇ, ਮਾਰ ਦਿਆਂਗੇ, ਠੋਕ ਦਿਆਂਗੇ, ਰੱਖ ਦਿਓ। ਸੋ ਆਈ ਵੀ ਕਾਫੀ ਤੁਸੀਂ ਟੀਵੀ ਤੇ ਵੀ ਚਲਾਇਆ। ਪਰ ਉਹ ਪ੍ਰੋਟੈਸਟ ਕਰ ਰਹੇ ਆਪਦੀ ਮੰਗਾਂ ਲੈ ਕੇ। ਮੈਨੂੰ ਲੱਗਦਾ ਕਿ ਤੁਸੀਂ ਮੈਂ ਪੰਜਾਬ ਦੇ ਮੈਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪਲੀਜ਼ ਪੰਜਾਬ ਦੇ ਵਾਸਤੇ ਤੁਸੀਂ ਸਾਡੇ ਪਰਿਵਾਰਕ ਮੈਂਬਰ ਹੋ। ਪਾਰਟੀ ਨੇ 36000 ਲੋਕਾਂ ਨੂੰ ਪੱਕੇ ਕਰਨ ਦਾ ਹਾਮੀ ਭਰੀ। ਸਾਡੇ ਤੇ ਵੀ ਕੋਈ ਨਾ ਕੋਈ ਬੰਦਿਸ਼ਾਂ ਹੈਗੀਆਂ। ਜਸਟਿਸ ਊਮਾ ਦੇਵੀ ਦੀ ਇੱਕ ਜੱਜਮੈਂਟ ਹੈ, ਤੁਹਾਨੂੰ ਦੋਨਾਂ ਨੂੰ ਪਤਾ ਹੈ, ਜਿਹਦੇ 'ਚ ਲਿਖਿਆ ਹੈ ਊਮਾ ਦੇਵੀ ਜੱਜਮੈਂਟ ਕਿ 10 ਸਾਲ ਅਗਰ ਤੁਸੀਂ ਕੰਟਰੈਕਟ ਬੇਸਿਸ ਤੇ ਕੰਮ ਕੀਤਾ ਹੈ, ਨਾਟ ਔਨ ਆਊਟਸੋਰਸ ਨੂੰ ਦਾ ਕੋਈ ਪੱਕੇ ਦਾ ਤਰੀਕਾ ਨਹੀਂ। ਉਹਨਾਂ ਨੇ ਲਿਖਿਆ ਕਿ ਅਗਰ ਕੰਟਰੈਕਟ ਬੇਸਿਸ ਤੇ ਤੁਸੀਂ 10 ਸਾਲ ਹੈਗੇ ਹੋ ਤਾਂ ਤਦ ਤੁਹਾਨੂੰ ਸਰਕਾਰ ਪੱਕਾ ਕਰ ਸਕਦੀ ਹੈ। ਹੁਣ ਜਿਹੜੇ ਅੰਡਰ 10 ਸਾਲ ਹੈ, ਈਵਨ ਪੀਆਰਟੀਸੀ ਦੇ ਲੋਕ ਕੱਲ ਚਲੇ ਗਏ ਸਟ੍ਰਾਈਕ ਤੇ। ਮੈਂ ਉਹਨਾਂ ਨੂੰ ਕਿਹਾ ਜਿਹੜੇ 10 ਸਾਲਾਂ ਤੋਂ ਉੱਪਰ ਪੱਕੇ ਕਰ ਦਿੰਦੇ ਆ। ਦੇ ਸੈਡ ਨਹੀਂ, ਇਸ 4 ਸਾਲਾਂ ਵਾਲਿਆਂ ਨੇ ਪੱਕੇ ਹੋਣਾ। ਸੋ ਵਾਟ ਇਜ਼ ਆਲਟਰਨੇਟਿਵ? ਫਿਰ ਜਿਹੜਾ ਧਰਨਿਆਂ ਦਾ ਪੰਜਾਬ ਬਣਿਆ ਪਿਆ, ਇਹ ਧਰਨੇ ਕਦੋਂ ਚੱਕੇ ਜਾਣਗੇ? ਜੇ ਤੁਸੀਂ ਕਹਿ ਰਹੇ ਹੋ ਕਿ ਪੱਕੇ ਕਰ ਰਹੇ ਆ, ਤੇ ਫਿਰ ਇਹ ਧਰਨੇ ਕਦੋਂ ਚੱਕੇ ਜਾਣ? ਤੁਹਾਡੇ ਮਹਿਕਮੇ ਤਾਂ ਸਿੱਧੇ ਤੌਰ ਤੇ ਦੇਖੋ, ਜੇ ਤੁਸੀਂ ਕਹਿੰਦੇ ਨਵੀਆਂ ਬੱਸਾਂ ਵੀ ਆ ਜਾਣੀਆਂ, ਨਵੀਆਂ ਬੱਸਾਂ ਚਲਾਉਣੀਆਂ ਵੀ ਹੈ ਨਾ ਕਿਸੇ ਨੇ, ਪੁਰਾਣੇ ਬੈਠੇ ਆ, ਨਵੇਂ ਅਜੇ ਰੱਖਣ ਦੀ ਗੱਲ ਹੋ ਰਹੀ ਹੈ। ਸੋ ਮੈਨੂੰ ਲੱਗਦਾ ਕਿ ਇਹਦੇ 'ਚ ਵੀ ਨੈਕਸਟ ਗਵਰਨਮੈਂਟ ਜਦੋਂ ਆਊਗੀ, ਹੁਣ ਤਾਂ ਇਟਸ ਟਾਈਮ ਇਜ਼ ਵੈਰੀ ਲੈਸ, ਬਹੁਤ ਸ਼ਾਰਟ ਹੈ। ਹੁਣ ਉਹਨਾਂ ਧਰਨੇ ਵਾਲਾ ਤਾਂ ਕੁਝ ਨਹੀਂ ਹੋਏਗਾ। ਮੈਨੂੰ ਜਾਂ ਮੀਟਿੰਗ ਚੱਲ ਰਹੀ ਹੈ? ਇਹਦੇ ਬਾਰੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਔਰ ਪੰਜਾਬ ਦੇ ਲੋਕਾਂ ਤੇ ਮੀਡੀਆ ਨੂੰ ਬੇਨਤੀ ਕਰਨੀ ਚਾਹਾਂਗਾ, ਜਿਹੜੇ ਤਾਂ ਜੈਨੂਅਨ ਕੇਸਿਸ ਹੈ ਤੁਸੀਂ ਉਹਨੂੰ ਪ੍ਰੈਜ਼ੈਂਟ ਜੈਨੂਅਨ ਕਰੋ। ਕਈ ਮੇਰੇ ਵਰਗਿਆਂ ਦਾ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕਿਸੇ ਦਾ ਕੋਈ ਲੈਣ ਨਹੀਂ ਦੇਣਾ ਨਹੀਂ। 5 ਦਿਨ ਪਹਿਲਾਂ ਭਰਤੀ ਹੋਇਆ, ਨਾਓ ਹੀ ਵਾਂਟਸ ਪੱਕਾ ਹੋਣਾ। ਹੁਣ ਤੁਸੀਂ ਦੇਖੋ ਕੋਈ ਬੰਦਾ ਉੱਥੇ ਟੈਂਕੀ ਤੇ ਚੜਿਆ ਪਿਆ ਹੈ, ਯੂ ਟੈਲ ਮੀ ਕਿ ਉਹਦੇ ਥੱਲੇ 300 ਬੰਦਾ ਇੱਕ ਉੱਪਰ ਟੈਂਕੀ ਤੇ ਬੰਦਾ ਚੜਿਆ, ਉਹ ਥੱਲੇ ਖੜਾ ਉਹਨੂੰ ਵੇਟ ਕਰ ਰਿਹਾ 10 ਦਿਨਾਂ ਦਾ ਉੱਪਰ ਖੜਾ। ਸਾਰਾ ਤਾਂ ਕੰਮ ਉੱਥੇ ਅੜਿਆ ਪਿਆ। ਉਹ ਬੰਦੇ ਦੇ ਮਰਨ ਨਾਲ ਉਹਦੀ ਪ੍ਰੋਬਲਮ ਰਿਜ਼ੋਲਵ ਨਹੀਂ ਹੋਏਗੀ। ਇਹ ਨਵਾਂ ਇੱਕ ਫੈਸ਼ਨ ਚੱਲ ਗਿਆ ਤੇ ਉਹਨੂੰ ਮੀਡੀਆ ਵੀ ਬਹੁਤ ਹਾਈਪ ਦਿੰਦਾ ਹੈ, ਇਹਨੂੰ ਲੋਕ ਵੀ ਟੈਂਕੀ ਤੇ ਚੜ ਗਿਆ। ਯੂ ਟੈਲ ਮੀ ਕਿ ਟੈਂਕੀ ਤੇ ਚੜਨਾ ਤਾਂ ਪ੍ਰੋਬਲਮ ਹੋਰ ਖਰਾਬ ਹੋ ਜਾਏਗੀ। ਵੜਿੰਗ ਸਾਹਿਬ, ਜਦੋਂ ਕੋਈ ਵੀ ਪ੍ਰੋਟੈਸਟ ਕਰਦਾ ਨਾ ਤਾਂ ਸੱਤਾ ਧਿਰ ਦੇ ਖਿਲਾਫ ਕਰਦਾ, ਤਾਂ ਵਿਰੋਧੀ, ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀ, ਤੁਹਾਡੇ ਵੀ ਬੜੇ ਮੰਤਰੀ ਜਾਂ ਕੈਪਟਨ ਸਾਹਿਬ ਖੁਦ ਧਰਨਿਆਂ ਤੇ ਜਾ ਕੇ ਉਹਨਾਂ ਨੂੰ ਥਾਪੀ ਦੇ ਕੇ ਆਉਂਦੇ ਰਹੇ, ਸ਼ਾਬਾਸ਼ ਦੇ ਕੇ ਆਉਂਦੇ ਰਹੇ ਕਿ ਅਸੀਂ ਤੁਹਾਨੂੰ ਕਰਦੇ ਹਾਂ ਪੱਕੇ। ਫਿਰ ਤੁਹਾਡੇ ਵੀ 5 ਸਾਲ ਦੇ ਨੇੜੇ ਲੱਗ ਗਏ ਨਾ। ਮੈਂ ਤਾਂ ਹੁਣ ਵੀ ਧਰਨੇ 'ਚ ਚਲਾ ਜਾਂਦਾ। ਮੈਂ ਕਹਿੰਦਾ ਕਿ ਮੈਂ ਸੁਣ ਲਈ ਤਿਆਰ ਹਾਂ ਤੁਹਾਡੀ ਗੱਲ, ਧਰਨੇ 'ਚ ਬੈਠਣ ਲਈ ਤਿਆਰ ਹਾਂ, ਲੇਕਿਨ ਜਿਹੜੀ ਜੈਨੂਅਨ ਡਿਮਾਂਡ ਹੈ। ਹੁਣ ਉਹ ਕਹਿੰਦੇ ਕਿ ਜੈਨੂਅਨ ਦੀ ਕੀ ਪ੍ਰਭਾਵ ਹੈ? ਉਹ ਤਾਂ ਕਹਿੰਦੇ ਕਿ ਸਾਡੀ ਜੈਨੂਅਨ ਯਾਰ ਜੈਨੂਅਨ ਹੋਣੇ ਆ। 70% ਲੋਕ ਹੈ ਜਿਹੜੇ ਹੁਣ ਕੰਟਰੈਕਟ ਬੇਸਿਸ, ਜਿਹੜੇ ਆਊਟਸੋਰਸ ਤੇ ਹੈ, ਉਹਨਾਂ ਨੂੰ ਸਰਕਾਰ ਸਿੱਧਾ ਕਿਵੇਂ ਪੱਕਾ ਕਰ ਦੇਗੀ? ਅੱਜ ਯੂ ਟੈਲ ਮੀ ਕਿਵੇਂ ਕਰ ਦੇਗੀ? ਤੁਸੀਂ ਉਹਦਾ ਇੱਕ ਸੈੱਟ ਪ੍ਰੋਸੀਜਰ ਹੈ। ਅੱਜ ਸਰਕਾਰ ਕੋਲ 2.5 ਮਹੀਨੇ ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ। ਅਗਰ ਤੁਸੀਂ ਸਰਕਾਰ ਕਹਿੰਦੀ ਹੈ ਕਿ ਅੱਜ ਤੋਂ ਬਾਅਦ, ਚੰਨੀ ਸਾਹਿਬ ਨੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਪੱਕੇ ਮੁਲਾਜ਼ਮ ਰੱਖਾਂਗੇ। ਸੋ ਨਾਓ ਵਾਟ ਇਜ਼ ਦਾ ਪ੍ਰੋਬਲਮ? ਦਿੱਕਤ ਕੀ ਹੈ ਕਿ ਸਾਨੂੰ ਐਡਵਰਟਾਈਜ਼ ਕਰਨਾ ਪੈਣਾ ਹੈ ਕਿ ਅਸੀਂ ਇੰਨੀਆਂ ਪੋਸਟ ਪੱਕੀਆਂ ਕਰ, ਉਹਦੇ ਵਾਸਤੇ ਮਹੀਨਾ ਚਾਹੀਦਾ ਹੈ। ਮਹੀਨਾ ਜਿਹੜਾ ਸੈੱਟ ਪ੍ਰੋਸੀਜਰ ਹੈ, ਫਿਰ ਇੱਕ ਬੰਦੇ ਨੂੰ ਪੱਕਾ ਕਰਨ ਵਾਸਤੇ 2-2.5 ਮਹੀਨੇ ਚਾਹੀਦੇ। ਇਹ ਵੀ ਕਹਿੰਦੇ ਆ ਕਿ ਸਰਕਾਰ ਦੇ ਕੋਲੇ ਇੰਨੀ ਕੁ ਪਾਵਰ ਹੁੰਦੀ ਹੈ ਕਿ ਸਰਕਾਰ ਜੇ ਫੈਸਲਾ ਕੋਈ ਵੀ ਲੈਣਾ ਚਾਹਵੇ ਲੈ ਸਕਦੀ ਹੈ। ਤੁਸੀਂ ਟੀਚਰਾਂ ਦੇ ਮਾਮਲੇ 'ਚ ਲੈ ਲਓ, ਰਮਸਾਲ ਦੀ ਸੁਸਾਇਟੀਆਂ ਦੇ ਤਹਿਤ ਸੀਗੇ ਉਹਨਾਂ ਨੂੰ ਵੀ ਰੈਗੂਲਰ ਕੀਤਾ, ਹਾਲਾਂਕਿ ਉਹਨਾਂ ਨੂੰ ਲੈ ਕੇ ਵੀ ਇਹ ਦਾਅਵਾ ਸੀ ਕਿ ਨਹੀਂ ਹੋ ਸਕਦੇ, ਪਰ ਉਹ ਕੀਤੇ ਸਰਕਾਰ ਨੇ, ਉਹੀ ਕੀਤੇ। ਯਾਰ ਮੈਂ ਤੁਹਾਨੂੰ ਪੁੱਛਦਾ, ਬੀਇੰਗ ਅ ਪੋਲੀਟੀਸ਼ੀਅਨ, ਸਾਡੀ ਨੀਅਤ 'ਚ ਕੀ ਖੋਟ ਹੋ ਸਕਦੀ ਹੈ ਨਾ ਪੱਕਾ ਕਰਕੇ? ਜਿਹਨੂੰ ਅਸੀਂ ਪੱਕਾ ਕਰਤਾ, ਜਿਹਨੂੰ ਨੌਕਰੀ ਦੇਤੀ, ਸਿਸਟਮ ਨੇ ਸਾਡੇ ਹੱਥ ਬੰਨੇ ਹੋਏ, ਜਿਹਨੂੰ ਨੌਕਰੀ ਦੇਤੀ ਉਹ ਰਾਜਾ ਵੜਿੰਗ ਦਾ ਪੱਕਾ ਜ਼ਿੰਦਗੀ ਭਰ ਸਮਰਥਕ ਹੋ ਜਾਏਗਾ। ਮੈਂ ਉਹਦੇ ਘਰੇ ਜਾਵਾਂ ਨਾ ਜਾਵਾਂ, ਉਹ ਰਾਜੇ ਵੜਿੰਗ ਦੀ ਤੇ ਕਾਂਗਰਸ ਦੀ ਵੋਟ ਪੱਕੀ ਹੋ ਜਾਏਗੀ। ਅਸੀਂ ਪੋਲੀਟੀਸ਼ੀਅਨ ਮੰਨ ਲਓ ਹੋਰ ਕੁਝ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ ਹਾਂ, ਲੇਕਿਨ ਅਸੀਂ ਆਪਦੀ ਪੱਕੀ ਵੋਟ ਤਾਂ ਬਣਾਉਣਾ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ? ਬੀ ਇਟ ਐਨੀਬਾਡੀ। ਜੇ ਰਾਜਾ ਵੜਿੰਗ ਨੂੰ 50 ਨੌਕਰੀਆਂ ਵੀ ਮਿਲਣਗੀਆਂ, ਐਵਰੀ ਡੇ ਆਈ ਐਮ ਡੂਇੰਗ ਐਫਰਟਸ ਕਿ ਮੈਂ ਆਪਦੇ ਪਿੰਡ 'ਚ 50 ਲੋਕਾਂ ਨੂੰ ਨੌਕਰੀ ਦੇ ਦਿਆਂ, ਉਹਦਾ ਚੁੱਲ੍ਹਾ ਚੱਲਣ ਲੱਗੇਗਾ, ਉਹ ਸਾਰੀ ਉਮਰ ਰਾਜਾ ਵੜਿੰਗ ਦਾ ਗੁਣ ਗਾਏਗਾ। ਔਰ ਜਿਹਨੂੰ ਮੈਂ ਕੱਚੇ ਨੂੰ ਪੱਕਾ ਕਰਤਾ, ਚੰਨੀ ਸਾਹਿਬ ਨੇ, ਰਾਜਾ ਵੜਿੰਗ ਨੇ, ਬੀ ਇਟ ਐਨੀਬਾਡੀ, ਉਹ ਸਾਰੀ ਉਮਰ ਸਾਡੀ ਸਰਕਾਰ ਦੇ ਗੁਣ ਗਾਏਗਾ। ਲੇਕਿਨ ਕਿਤੇ ਨਾ ਕਿਤੇ ਕਾਨੂੰਨ ਨੇ ਸਾਡੇ ਹੱਥ ਬੰਨੇ ਵੇ। ਅਸੀਂ ਤਾਂ ਹਰ ਵਿਅਕਤੀ, ਹਰ ਪੋਲੀਟੀਸ਼ੀਅਨ ਪਰ ਚਿੰਤਾ ਹੈ ਕਿ ਥਾਂ ਥਾਂ ਧਰਨੇ ਆ, ਗਾਂ ਚੋਣਾਂ 'ਚ ਤੁਸੀਂ ਘਰ ਘਰ ਜਾਣਾ, ਹਰ ਥਾਂ ਤੁਹਾਨੂੰ ਘੇਰਾ ਪੈਣਾ। ਲੋਕ ਮੈਂ ਤਾਂ ਇਹ ਕਹਿ ਰਿਹਾ ਕਿ ਜੇ ਮੈਂ 20,000 ਬੰਦੇ ਨੂੰ 20-500 ਇੱਕ ਮਿਨੀਮਮ ਵੋਟਸ 5 ਹੈ, ਇੱਕ ਕਰੇ 5 ਮਿਨੀਮਮ ਵੋਟਸ ਹੈ, ਤੇ ਜੇ 20 ਬੰਦਿਆਂ ਨੂੰ ਨੌਕਰੀ ਦੇਤੀ ਤਾਂ 100 ਵੋਟ ਪੱਕੀ ਹੈ, ਇੱਟ ਵਰਗੀ, ਕਦੇ ਹਿੱਲਣੀ ਨਹੀਂ। ਉਹ ਮੈਂ ਉਹਨਾਂ ਦੀ, ਆਮ ਲੋਕਾਂ ਦੀ ਗੱਲ ਨਹੀਂ ਕਰ ਰਿਹਾ। ਅਸੀਂ ਪੋਲੀਟੀਸ਼ੀਅਨ ਆਪਦੇ ਮਤਲਬ ਨੂੰ ਕਰਨਾ ਚਾਹੁੰਦੇ ਹਾਂ। ਤਾਂ
ਮੈਂ ਨਹੀਂ ਕਹਿ ਰਿਹਾ ਕਿ ਮੈਂ ਜਨਤਾ ਵਾਸਤੇ, ਪਰ ਮੈਂ ਚਾਹੁੰਦਾ ਕਿ ਨੌਕਰੀ ਮਿਲ ਜੂਗੀ ਤਾਂ ਇਹ ਸਾਰਾ ਯੂਥ ਬੈਠਾ ਹੈ, ਕਿਤੇ ਨਾ ਕਿਤੇ ਇਹ ਚੀਜ਼ਾਂ ਯੂਥ ਨੂੰ ਡਿਮੋਰਲਾਈਜ਼ ਕਰਦੀਆਂ, ਜਿਨ੍ਹਾਂ ਦੇ ਸੁਪਨੇ ਹੁੰਦੇ ਆ, ਜਿਨ੍ਹਾਂ ਦੀਆਂ ਉਮੀਦਾਂ ਹੁੰਦੀਆਂ ਵੀ ਅਸੀਂ ਪੜ੍ਹ ਕੇ ਨਿਕਲਾਂਗੇ, ਅਸੀਂ ਜੌਬਸ ਮਿਲਣਗੀਆਂ, ਸਾਡੇ ਲਈ ਸਰਕਾਰ ਮੌਕੇ ਪੈਦਾ ਕਰੂਗੀ, ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਉਹ ਆਪਣੇ ਆਸ-ਪਾਸ ਦੇਖਦੇ ਨੇ ਤਾਂ ਉਹ ਕਿਤੇ ਨਾ ਕਿਤੇ ਡਿਮੋਰਲਾਈਜ਼ ਕਰਦੀਆਂ ਨੇ। ਵਿਜੇਪਾਲ ਦੈਟ ਇਜ਼ ਕੀ ਹੋਇਆ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ। ਦੈਟ ਇਜ਼ ਸਾਡੀਆਂ ਸਰਕਾਰਾਂ ਵੀ ਜੇ ਸੀਗੀਆਂ, ਮੈਂ ਆਈ ਵਿਲ ਨਾਟ ਡਿਨਾਈ ਦੈਟ। ਇਹਨਾਂ ਲੋਕਾਂ ਨੇ ਕੀ ਸਕੀਮਸ ਬਣਾਈਆਂ? ਮਾਰਕੀਟ, ਸਪੋਜ਼ ਮੁਕਤਸਰ ਦੀ ਗੱਲ ਕਰੀਏ, ਮਾਰਕੀਟ ਕਮੇਟੀ ਬਰੀਵਾਲਾ, ਉਸ ਮਾਰਕੀਟ ਕਮੇਟੀ ਦਾ ਕੋਈ ਮਤਲਬ ਹੀ ਨਹੀਂ ਬਣਦਾ ਯਾਰ। ਆਪਦੇ ਪੋਲੀਟੀਸ਼ੀਅਨ ਬੰਦੇ ਨੂੰ ਖੁਸ਼ ਕਰਨ ਦੇ ਮਤਲਬ ਉੱਥੇ ਇੱਕ ਮਾਰਕੀਟ ਕਮੇਟੀ ਬਣਾਤੀ, ਉਹਨੂੰ ਚੇਅਰਮੈਨ ਬਣਾਤਾ। सब डिवीजन फलाना सिंह, भाई वो सब डिवीजन च इंफ्रा ही नहीं है। मैं मानसा कल डीसी कोले सीगा, रैली करनी सी, सेड कि साडे कोल कोई रेवेन्यू नहीं है, फिर थोनू डिस्ट्रिक्ट बनाउंदा, एक मिनट, थोनू डिस्ट्रिक्ट बनाउंदा कोई हक ही नहीं है। सरकारां ने म्यूनसिपल कमेटीज, म्यूनसिपल कारपोरेशन, बोर्ड्स, फलां, चेयरमैन, गड्डी, ਜਿਹੜਾ ਸੰਗਤ ਦਰਸ਼ਨ ਹੁੰਦਾ ਸੀ, ਜਿਹੜਾ ਸੰਗਤ ਦਰਸ਼ਨ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਦਾ, ਜਿਹਨਾਂ 25 ਵਰੇ ਸੰਗਤ, ਦੈਟ ਇਜ਼ ਅ ਵੈਰੀ ਪਪੂਲਰ ਪ੍ਰੋਗਰਾਮ। ਮੈਂ ਉਹਦੇ ਚ ਗਿਆ, ਮੈਂ ਸੰਗਤ ਦਰਸ਼ਨ ਚ ਕਿਹਾ, ਮੈਂ ਕਿਹਾ ਬਾਦਲ ਸਾਹਿਬ ਤੁਸੀਂ ਇਹ ਕਿਉਂ ਲਾ ਰਹੇ ਹੋ? ਇਟਸ ਨਾਟ ਅ ਸੰਗਤ ਦਰਸ਼ਨ ਆਫ ਪਬਲਿਕ ਦਾ, ਇਟਸ ਅ ਅਕਾਲੀ ਦਲ ਦਰਸ਼ਨ। ਮੈਂ ਕਿਹਾ ਮੈਂ ਉੱਥੋਂ ਜਿੱਤਿਆ ਹੋਇਆ ਬੰਦਾ, ਤੁਸੀਂ ਮੈਨੂੰ ਤਾਂ ਬੁਲਾਇਆ ਨਹੀਂ। ਹੀ ਸੈਡ ਨਹੀਂ ਰਾਜਾ ਜੀ, ਇਹਦੇ ਵਿੱਚ ਵਿਧਾਨ ਸਭਾ ਚ ਕਿਹਾ 50-50 ਸਾਲ ਪੁਰਾਣੇ ਮਸਲੇ ਹੱਲ ਹੋ ਜਾਂਦੇ ਆ ਸੰਗਤ ਦਰਸ਼ਨ ਤੁਸੀਂ ਵੀ ਜਾਂਦੇ ਰਹੇ ਉੱਥੇ ਸੰਗਤ? ਹਾਂਜੀ ਨਪਿੰਦਰ ਜੀ। ਮੈਂ ਕਿਹਾ ਇਹ ਸਿਸਟਮ ਬਣਾਓ। ਪੰਜਾਬ ਚ 12,000 ਪਿੰਡ ਹੈ, ਹਰ ਪਿੰਡ ਚ ਤਾਂ ਬਾਦਲ ਸਾਹਿਬ ਜਾ ਨਹੀਂ ਸਕਦੇ। ਬਾਦਲ ਸਾਹਿਬ ਤਾਂ ਗਿੱਦੜਬਾਹ, ਲੰਬੀ, ਮਲੋਟ, ਜਿੱਥੇ ਆਪ ਲੜਦੇ ਉੱਥੇ ਰਹਿੰਦੇ ਹੈ, ਤੇ ਤੁਸੀਂ ਸਾਰੀ ਫੋਰਸ ਉੱਥੇ ਬੁਲਾ ਲੈਂਦੇ ਹੋ, ਸਾਰਾ ਇਨਫਰਾ ਉੱਥੇ ਬੁਲਾ ਦਿੰਦੇ ਹੋ, ਪੰਜਾਬ ਸਾਰਾ ਰੋ ਰਿਹਾ ਹੈ, ਤੇ ਤੁਸੀਂ ਸਰਪੰਚ ਨੂੰ ਪੁੱਛਦੇ ਹੋ ਵਾਟ ਡੂ ਯੂ ਵਾਂਟ? ਉਹ ਛੱਪੜ ਵਾਸਤੇ ਕਰੋੜ ਰੁਪਿਆ, ਸਕੂਲ ਵਾਸਤੇ 50 ਲੱਖ ਰੁਪਿਆ, ਕਿਉਂਕਿ ਆਪਦੇ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਉਹ ਛੱਪੜ ਤੇ ਪੌਂਡ, ਦੈਟ ਛੱਪੜ ਕਾਲ ਅ ਪੌਂਡ ਆਫ ਦੈਟ ਵਿਲੇਜ, ਉਹਦੇ ਵਾਸਤੇ ਉਹ ਲੱਗਦੇ ਹੀ ਨਹੀਂ ਪੈਸੇ। ਸੋ ਇਦਾਂ ਕਰਕੇ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਖਰਾਬ ਕੀਤੇ, ਰੈਵਨਿਊ ਦੀ ਇਨਕਮ ਘਟ ਗਈ, ਇਸੇ ਕਰਕੇ ਪੰਜਾਬ ਦੇ ਹਾਲਾਤ ਹੋਏ। ਸਾਡੀਆਂ ਸਰਕਾਰਾਂ ਨੇ ਵੀ ਮੇਰਾ ਪਰਸਨਲ ਸਵਾਲ ਹੈ ਤੁਹਾਡੇ ਤੋਂ ਇਸੇ ਚੀਜ਼ ਨਾਲ ਜੁੜਿਆ ਹੋਇਆ। ਆਪਾਂ ਜਿੰਨੀਆਂ ਵੀ ਗੱਲਾਂ ਕੀਤੀਆਂ, ਰਾਜਾ ਵੜਿੰਗ ਦਾ ਹਰ ਮੁੱਦਾ ਅਕਾਲੀ ਦਲ ਜਾਂ ਬਾਦਲਸ ਤੇ ਆ ਕੇ ਕਿਉਂ ਫੋਕਸ ਹੋ ਜਾਂਦਾ? ਰਾਜਾ ਵੜਿੰਗ ਦਾ ਹਰ ਇਸ਼ੂ ਜਿਹੜਾ ਤੁਸੀਂ ਜ਼ੋਰਦਾਰ ਤਰੀਕੇ ਨਾਲ ਚੱਕਦੇ ਹੋ, ਚਾਹੇ ਕੋਈ ਕਿਸੇ ਮਹਿਕਮੇ ਨਾਲ ਜੁੜਿਆ ਇਸ਼ੂ ਹੈ, ਉਹਦੇ ਚ ਬਾਦਲਸ ਹਰ ਜਗ੍ਹਾ ਕਿਉਂ ਤੁਹਾਡੀ ਜ਼ੁਬਾਨ ਤੇ ਆ ਜਾਂਦੀ? ਰੀਜ਼ਨ ਬੀਇੰਗ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਸਭ ਤੋਂ ਵੱਡਾ ਲੁਟੇਰਾ ਕਿਹਾ ਗਿਆ ਕਿ ਉਹਨੇ ਬੜੀ ਲੁੱਟ ਕੀਤੀ। ਇਹਨਾਂ ਬੰਦਿਆਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਪਿੱਛੇ ਛੱਡਤਾ ਯਾਰ। ਯੂ ਟੈਲ ਮੀ, ਹੋਟਲਸ ਬਾਦਲ ਦੇ, 7 ਸਟਾਰ ਬਾਦਲਸ ਦੇ, ਵੱਡੇ ਵੱਡੇ ਮਕਾਨ ਤੁਸੀਂ ਦੇਖ ਕੇ ਆਓ, 9 ਸੈਕਟਰ ਸੁਖਬੀਰ ਬਾਦਲ ਘਰ ਬਣਾ ਰਿਹਾ ਹੈ। ਯੂ ਗੋ ਐਂਡ ਵਾਚ ਦੈਟ, ਉਹ ਐ ਲੱਗ ਰਿਹਾ ਕਿ ਜਿਵੇਂ ਚਿਤੌੜਗੜ੍ਹ ਦਾ ਕਿਲਾ ਬਣ ਰਿਹਾ ਹੋਵੇ। ਐਵੀਏਸ਼ਨ ਕੰਪਨੀਆਂ ਬਾਦਲ ਦੀਆਂ, ਜਹਾਜ਼ ਬਾਦਲ ਦੇ, ਕੋਈ ਕੰਮ ਧੰਦਾ ਕਿੱਤਾ ਛੱਡਿਆ ਹੀ ਨਹੀਂ। ਇੰਨਾ ਲੁੱਟਣ ਦੀ ਕੀ ਲੋੜ ਸੀ? ਤੁਹਾਡੀ ਪਾਰਟੀ 'ਚ ਹੋਰ ਵੀ ਆਗੂ ਨੇ, ਕੱਲਾ ਰਾਜਾ ਵੜਿੰਗ। ਮੈਂ ਕਹਿੰਦਾ ਦੇਰ ਬਹੁਤ ਛੋਟੇ ਲੋਕ ਹੈ, ਨਹੀਂ ਮੈਂ ਹੋਰ ਕਿਸੇ ਦਾ ਨਾਮ ਵੀ ਲਵਾਂ। ਅਹਿਮਦ ਸ਼ਾਹ ਅਬਦਾਲੀ ਤੋਂ ਵੀ ਵੱਡੇ ਅਗਰ ਠੱਗ ਤੇ ਚੋਰ ਹੋਏ ਹੈ, ਡਾਕੂ ਹੋਏ ਹੈ, ਆਈ ਮਸਟ ਸੇ ਦੈਟ ਬਾਦਲ। ਤਾਂ ਕਰਕੇ ਸੁਖਬੀਰ ਬਾਦਲ ਤੇ ਮਜੀਠੀਆ ਦਾ ਵਾਰ-ਵਾਰ ਮੈਂ ਆਈ ਟਾਰਗੇਟ ਦੈਟ। ਇੱਕ ਇਹਦੇ ਨਾਲ ਹੋਰ ਜੁੜੀ ਆ, ਚਲੋ ਸੁਖਬੀਰ ਬਾਦਲ ਜਾਂ ਤੁਸੀਂ ਉਧਰ ਪਾਸੇ ਚਲੇ ਜਾਓ, ਅਕਾਲੀ ਦਲ ਵੀ ਹੈ ਨਾ ਤੁਹਾਡੇ ਵਿਰੋਧੀ ਨੇ। ਤੁਹਾਡੀ ਤਾਂ ਤੁਹਾਡੇ ਆਪਣੇ ਵਿੱਚ ਸਾਥੀ ਬਾਦਲ ਸਾਹਿਬ ਨਾਲ ਵੀ ਨਹੀਂ ਕਿਤੇ ਨਾ ਕਿਤੇ ਬੰਦੀ ਸੱਥਰੀ ਪਈ ਰਹਿੰਦੀ ਹੈ, ਕਿਤੇ ਨਾ ਕਿਤੇ। ਮੇਰੀ ਲੜਾਈ ਹਰ ਉਸ ਵਿਅਕਤੀ ਨਾਲ ਹੈ ਜਿਹੜਾ ਪਿੱਛੇ ਬਾਦਲ ਲੱਗਦਾ। ਨੋ ਜਿਹੜਾ ਬਾਦਲ ਨਹੀਂ ਨਪਿੰਦਰ, ਜਿਹੜਾ ਮੂੰਹ ਤੇ ਗੱਲ ਹੋਰ ਕਰਦਾ, ਢਿੱਡ 'ਚ ਗੱਲ ਹੋਰ ਹੁੰਦੀ ਹੈ। ਆਈ ਐਮ ਦਾ ਓਨਲੀ, ਮੈਨੂੰ ਇਹ ਲੱਗਦਾ ਕਿ ਬੰਦੇ ਨੂੰ ਡਬਲ ਸਟੈਂਡਰਡ ਨਹੀਂ ਹੋਣਾ ਚਾਹੀਦਾ। ਜਿਹੜਾ ਕੁਝ ਹੈ ਉਹ ਸਾਹਮਣੇ ਹੋਣਾ ਚਾਹੀਦਾ। ਆਲ ਆਫ them ਸੇਜ਼, ਸਮਟਾਈਮਸ ਬੰਦੇ ਕਹਿੰਦੇ ਕਿ ਚੁੱਕ ਦਿਆਂਗੇ, ਫਲਾਂ ਕਰ ਦਿਆਂਗੇ, ਲੇਕਿਨ ਅੰਦਰੋਂ ਕੁਝ ਉਹਨਾਂ ਦੇ ਪੇਟ 'ਚ ਕੁਝ ਹੋਰ ਹੁੰਦਾ। ਮੇਰੀ ਬਾਦਲ ਨਾਲ ਨਹੀਂ ਬਣਦੀ ਤਾਂ ਨਹੀਂ ਬਣਦੀ, ਇਸੇ ਕਰਕੇ ਸੁਖਬੀਰ ਬਾਦਲ ਰੋਜ਼ ਮੇਰਾ ਨਾਮ ਲੈਂਦਾ। ਨਪਿੰਦਰ ਮਨਪ੍ਰੀਤ ਬਾਰੇ ਪੁੱਛ ਰਿਹਾ ਮੈਂ ਕਿਸੇ ਦਾ ਵੀ ਕਹਿ ਰਿਹਾ, ਸਮਝ ਗਏ ਨੇ? ਬੀਟ ਐਨੀਬਡੀ, ਬੀਟ ਮੇਰਾ ਸਕਾ ਭਰਾ ਹੋਵੇ, ਜੇ ਮੇਰੀ ਉਹਦੇ ਨਾਲ ਕੋਈ ਡਬਲ ਸਟੈਂਡਰਡ ਗੱਲ ਕਰੇਗਾ ਤਾਂ ਮੈਂ ਉਹਦੇ ਨਾਲ ਰਾਜਾ ਵੜਿੰਗ ਨਹੀਂ ਚੱਲ ਸਕੇਗਾ। ਮੈਂ ਆਪਦੀ ਸਰਕਾਰ 'ਚ ਵੀ ਵਿਰੋਧ ਕਰਦਾ ਰਿਹਾ, ਵਿਧਾਨ ਸਭਾ 'ਚ ਵਿਰੋਧ ਕਰਦਾ ਰਿਹਾ। ਮੈਂ ਲਿਕਰ ਦੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮਹਿਕਮਾ ਹੁੰਦਾ ਸੀ, ਮੈਨੂੰ ਐਕਸਾਈਜ਼ ਮਹਿਕਮਾ। ਮੈਂ ਕਿਹਾ ਅਨੁਮਾਨਿਤ ਬਜਟ ਨਾਲੋਂ ਰੈਵਨਿਊ ਘੱਟ ਇਕੱਠਾ ਹੋ ਰਿਹਾ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਹਾਡਾ ਚੀਫ ਸੈਕਟਰੀ ਇਨਵੋਲਡ ਹੈ। ਮੈਂ ਤੇ ਮੈਨੂੰ ਅਮਰਿੰਦਰ ਸਿੰਘ ਦਾ ਫੋਨ ਆਇਆ ਕਿ ਇਹ ਤਾਂ ਡਿਪਾਰਟਮੈਂਟ ਵੀ ਮੇਰੇ ਕੋਲੇ ਹੈ। ਮੈਂ ਕਿਹਾ ਫਿਰ ਕੀ ਗੱਲ ਹੈ ਤੁਹਾਡੇ ਕੋਲੇ? ਅੱਜ ਉਹੀ ਡਿਪਾਰਟਮੈਂਟ 7200 ਕਰੋੜ ਰੁਪਇਆ ਰੈਵਨਿਊ ਵੱਧ ਬਣਾ ਰਿਹਾ ਹੈ। ਸੋ ਬੀਟ ਮਨਪ੍ਰੀਤ, ਬੀਟ ਐਨੀਬਡੀ, ਬੀਟ ਚੰਨੀ ਸਾਹਿਬ, ਬੀਟ ਸਿੱਧੂ ਸਾਹਿਬ, ਅਗਰ ਕਿਤੇ ਕਨਫਲਿਕਟ ਹੋਏਗਾ
यही तो अपना यूएसपी है। फिर जे बोलूगा ही ना तो राजा वड़िंग, मेरी इच्छा की है दोस्तों, व्हाट आई वांट टू बी वेरी ऑनेस्ट, भगत सिंह ही वाज नॉट एनी पॉलिटिशियन, राइट? करतार सिंह सराभा कोई पॉलिटिशियन नहीं सीगा। सो उन्होंने लोग अज भी याद करते हैं, ते ਜਿਹੜੇ 15 साल 20 साल मुख मंत्री रहे उन्होंने कोई याद नहीं करता। कोई याद करता है? भुल गए। 20 साल पहला कौन चीफ मिनिस्टर सी? नोबडी नोज दैट। ਤੁਹਾਨੂੰ ਤਾਂ ਪਤਾ ਨਹੀਂ, ਪੋਲੀਟੀਸ਼ੀਅਨਸ ਨੂੰ ਪਤਾ ਹੋਏਗਾ ਬੇਸ਼ੱਕ। मैं चाहना है कि 25 साल मिनिस्टर बन तो बेहतर है लगातार 25 ईयर्स इन द मिनिस्ट्री कि ਤੁਸੀਂ 2.5 ਮਹੀਨਿਆਂ 'ਚ ਹੀ ਐਸਾ ਕੰਮ ਕਰ ਦਿਓ ਤੇ ਲੋਕ ਤੁਹਾਨੂੰ ਯਾਦ ਰੱਖਣ। दैट इज ਮੇਰਾ ਸੋਚਣ ਦਾ ਤਰੀਕਾ ਹੈ। ਮੈਂ ਇਦਾਂ ਸੋਚਦਾ। ਵਿਜੇ ਇੱਕ ਚੀਜ਼ ਹੋਰ ਹੈ, ਇੱਕ ਵੜਿੰਗ ਸਾਹਿਬ ਅਕਸਰ ਚਰਚਾ ਹੈ, ਇਹ ਚਾਹੇ ਅਸੀਂ ਹੋਈਏ ਚਾਹੇ ਆਮ ਲੋਕਾਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਹੈ ਕਿ ਜਦੋਂ 2-2.5 ਮਹੀਨੇ ਰਹਿ ਜਾਂਦੇ ਆ ਨਾ ਤਾਂ ਉਦੋਂ ਕਿਤੇ ਨਾ ਕਿਤੇ ਸਰਕਾਰ ਦੀ ਚੱਲਣੋਂ ਹਟ ਜਾਂਦੀ ਆ, ਸੁਣਵਾਈ ਘਟ ਜਾਂਦੀ ਆ। ਇਹ ਜ਼ਹਿਨ ਦੇ ਵਿੱਚ ਸਾਰਿਆਂ ਦੇ ਆਉਂਦਾ ਹੈ। ਰਾਜਾ ਵੜਿੰਗ ਹੋਰਾਂ ਨੂੰ ਤਾਂ ਮਿਲੀ 2-2.5 ਮਹੀਨੇ ਪਹਿਲਾਂ, ਉਹਨਾਂ ਹਾਲਾਤਾਂ 'ਚ ਜਦੋਂ ਹੱਥੋਂ ਚੀਜ਼ਾਂ ਨਿਕਲਦੀਆਂ ਹੁੰਦੀਆਂ ਤਾਂ ਦੂਜੇ ਤੀਜੇ ਦਿਨ ਹੀ ਮੰਤਰੀ ਬਣਦਿਆਂ ਇਹ ਸਭ ਕੁਝ ਕਿਵੇਂ ਕੀਤਾ? ਮੈਂ ਇਹਦੇ ਨਾਲ ਹੀ ਜੋੜ ਦਿੰਦਾ, 4.5 ਸਾਲ ਐਮਐਲਏ ਰਹੇ ਹੋ ਤੇ ਹੁਣ ਮਿਨਿਸਟਰ ਹੋ। ਕਹਿੰਦੇ ਅਫਸਰ ਹੱਥ ਖੜੇ ਕਰ ਜਾਂਦੇ ਆ ਛੇਤੀ ਨੇੜੇ ਆ ਕੇ। ਵਰਕਿੰਗ 'ਚ ਕੀ ਫਰਕ ਆਇਆ? ਜਾਂ ਜਿਹੜੇ ਮੁੱਦੇ ਤੁਸੀਂ ਜ਼ਿਕਰ ਕਰ ਰਹੇ ਸੀ, ਤੁਸੀਂ ਉਠਾਉਂਦੇ ਸੀ ਜ਼ੋਰਦਾਰ ਤਰੀਕੇ ਨਾਲ ਵਿਦਨ ਪਾਰਟੀ, ਅਮਰਿੰਦਰ ਸਿੰਘ ਨਾਲ ਸੰਬੰਧਿਤ ਹੋਵੇ ਜਾਂ ਕਿਸੇ ਹੋਰ ਥਰਡ ਪਰਸਨ ਨਾਲ ਸੰਬੰਧਿਤ ਹੋਵੇ, ਕੀ ਫਰਕ ਆਇਆ ਹੈ ਮੰਤਰੀ ਬਣਨ ਤੋਂ ਬਾਅਦ? ਮੰਤਰੀ ਬਣਨ ਤੋਂ ਬਾਅਦ ਤੁਸੀਂ ਕੁਝ ਗੱਲਾਂ ਦੇ ਫੈਸਲੇ ਆਪ ਲੈਂਦੇ ਹੋ ਜਿਹੜੇ ਕਿ ਤੁਹਾਡੇ ਇਖਤਿਆਰ ਹੁੰਦੇ ਆ। ਐਮਐਲਏ ਬਣ ਕੇ ਤੁਹਾਨੂੰ ਜਗ੍ਹਾ ਜਗ੍ਹਾ ਤੇ ਜਾ ਕੇ ਪੈਰਵਾਈ ਕਰਕੇ ਹਿੰਮਤ ਤੇ ਹੌਸਲੇ ਨਾਲ ਕੰਮ ਕਰਾਉਣੇ ਪੈਂਦੇ ਆ। ਬਟ ਮੈਂ ਬਤੌਰ ਐਮਐਲਏ ਵੀ ਆਮ ਵੈਰੀ ਮਚ ਸੈਟੀਸਫਾਈਡ। ਜਦੋਂ ਸੀਗਾ ਮੈਨੂੰ ਲੱਗਦਾ ਕਿ ਮੈਂ ਕਾਫੀ ਡਿਵੈਲਪਮੈਂਟ ਜਿਹੜੀ ਹੈ ਪੰਜਾਬ ਪੱਧਰ ਤੇ, ਜਿਹੜੀ ਮੰਤਰੀ ਵੀ ਨਹੀਂ ਹੋ ਸਕਦਾ ਨਹੀਂ ਕਰਾ ਸਕੇ ਹੋਣਗੇ, ਉਹ ਪੰਜਾਬ 'ਚ ਗਿੱਦੜਬਾਜ਼ ਕੀਤੀ ਹੈ। ਘਰੇ ਮੇਲਾ ਵੱਡਾ ਹੋ ਗਿਆ ਕਿ ਮੈਂ ਨਹੀਂ ਮੇਲਾ ਤਾਂ ਚਲੋ ਵੱਡਾ, ਮੈਨੂੰ ਮੇਰਾ ਹਸਪੀਟਲ ਹੈ ਸਬ ਡਿਵੀਜ਼ਨ ਦਾ ਗਿੱਦੜਬਾਹ ਹਸਪੀਟਲ ਹੈ, ਦੈਟ ਮੈਨੂੰ ਅਵਾਰਡ ਮਿਲਿਆ ਕਾਇਆ ਕਲਪ ਦੇ ਤਹਿਤ ਕਿ ਦੈਟ ਇਜ਼ ਦਾ ਬੈਸਟ ਹਸਪੀਟਲ ਇਨ ਪੰਜਾਬ ਇਨ ਵਿਧਾਨ ਸਭਾ ਬਲਾਕ ਲੈਵਲ ਤੇ ਮੋਦੀ ਸਰਕਾਰ ਨੇ ਦਿੱਤਾ। ਜੇ ਬੈਸਟ ਜ਼ਿਲ੍ਹਾ ਪ੍ਰੀਸ਼ਦ ਦਾ ਅਵਾਰਡ ਮਿਲਿਆ ਦੀਨ ਦਿਆਲ ਉਪਾਧਿਆ ਅਵਾਰਡ, ਦੈਟ ਆਲਸੋ ਗੋਜ਼ ਟੂ ਮੁਕਤਸਰ। ਤੇ ਅੱਜ ਵੀ ਤੁਸੀਂ ਜੇ ਜਾ ਕੇ ਪੁੱਛ ਲਓਗੇ, ਯੂ ਬਿਲੋਂਗ ਟੂ ਮਲੋਟ, ਮੇਰਾ ਭਰਾ ਬੈਠਾ ਸੀ ਇੱਥੋਂ ਗਿੱਦੜਬਾਹ ਤੋਂ ਹੀ ਹੈ ਤੁਹਾਡੇ ਬਣ, ਯੂ ਕੈਨ ਆਸਕ ਹਿਮ, ਕੋਈ ਗਲੀ 'ਚ ਕੋਈ ਐਨੀਥਿੰਗ, ਕਾਲਜਿਸ ਉੱਥੇ ਬਾਦਲ ਸਾਹਿਬ ਚੁਣਾਵ ਲੜੇ, ਸੁਖਬੀਰ ਵੱਡੇ ਬਾਦਲ ਲੜੇ, ਉਹ ਨਹੀਂ ਕਾਲਜ ਲੈ ਕੇ ਆ ਸਕੇ, ਮੈਂ ਲੈ ਕੇ ਆਇਆ, ਮਨਪ੍ਰੀਤ ਜੀ ਵੀ ਲੜਦੇ ਰਹੇ। ਹਸਪੀਟਲ ਨਵਾਂ ਸੀਐਸਸੀ ਮਦਰ ਐਂਡ ਚਾਈਲਡ ਕੇਅਰ ਸੈਂਟਰ, ਕੋਰਟਸ ਐਂਡ ਐਵਰੀਥਿੰਗ। ਹੁਣ ਜਿਹੜਾ ਹੈਗਾ ਉਦੋਂ ਮੈਨੂੰ ਲੋਕਾਂ ਕੋਲੇ ਜਾ ਜਾ ਕੇ ਮਿੰਨਤਾਂ ਕਰਨੀਆਂ ਪੈਂਦੀਆਂ ਸੀ, ਹੁਣ ਮੈਂ ਕੁਝ ਫੈਸਲੇ ਲੈ ਕੇ ਆਪ ਕਰ ਲੈਣਾ ਜਿਹੜਾ ਕੰਮ ਹੈ। ਇਹ ਥੋੜੀਆਂ ਚੇਂਜਸ ਜਿਹੜੀਆਂ ਆਈਆਂ। ਤੁਹਾਡਾ ਕੀ ਸਵਾਲ ਸੀ? ਮੈਂ ਉੱਥੇ ਆ ਜਾਓ ਕਿ 2-2.5 ਮਹੀਨੇ ਪਹਿਲਾਂ ਤਾਂ ਹੱਥ ਖੜੇ ਹੋਣ ਲੱਗ ਜਾਂਦੇ ਆ, ਅਫਸਰ ਵੀ ਹੱਥ ਖੜੇ ਕਰ ਜਾਂਦੇ ਆ, ਇਹ ਚਰਚਾ ਹੈ। ਤੇ ਰਾਜੇ ਵੜਿੰਗ ਨੇ ਆਉਂਦੇ ਹੀ ਦੂਜੇ ਤੀਜੇ ਦਿਨ ਹੀ ਐਸਾ ਕੀ ਕਿਹੜੀ ਗਿੱਦੜ ਸਿੰਘੀ ਲੈ ਕੇ ਆਂਦੀ? ਔਰ ਇਹ ਵੀ ਕਾਬੂ ਵੀ ਅਫਸਰ ਬਾਦਲ ਤੋਂ ਡਰਦੇ ਆ, ਜਾਂ ਤੁਸੀਂ ਜਿਵੇਂ ਕਹਿ ਰਹੇ ਸੀ ਕਿ ਪਿਛਲੇ ਟਾਈਮ ਦੇ ਵਿੱਚ ਚੱਲਦਾ ਰਿਹਾ ਤਾਂ ਪਤਾ ਨਹੀਂ ਕਿਹਦੀ ਸਰਕਾਰ ਆ ਜਾਣੀ ਹੈ 2.5 ਮਹੀਨੇ ਬਾਅਦ, ਇਹ ਪਤਾ ਨਹੀਂ ਨਾ ਹੁੰਦਾ। ਉਹ ਪਿੰਡਾਂ 'ਚ ਤੁਸੀਂ ਦੇਖਿਆ ਹੋਣਾ ਕਈ ਵਾਰੀ ਉਹ ਮੁਰਗਾ ਮੁਰਗੀ ਵਾਲਿਆਂ ਨੂੰ ਫੜਨ ਵਾਲੇ ਨਾ ਇੱਕ ਗੇਮ ਹੈ ਕਿ ਉਹ ਬੰਦਾ ਭੱਜ ਕੇ ਮੁਰਗੇ ਨੂੰ ਫੜ ਲੈਂਦਾ ਤੇ ਤੁਹਾਡੇ ਮੇਰੇ ਵਰਗਾ ਤਾਂ 10-25 ਵਾਰੀ ਡਿੱਗ ਪਿਓ ਮੁਰਗੇ ਨੂੰ ਫੜ ਨਹੀਂ ਸਕਦਾ। ਸੋ ਜਿਹੜਾ ਐਕਸਪੀਰੀਅੰਸਡ ਬੰਦਾ ਥੋੜਾ ਜਿਹਾ ਥੱਲਿਓਂ ਕਿਸ ਕੇ ਆਇਆ ਹੋਵੇ, ਜਿਹਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਹੋਵੇ, ਸੋ ਹੀ ਨੋਜ਼ ਕਿ ਕਿੱਥੋਂ ਕੀ ਹੋਣਾ ਹੈ ਤੇ ਉਹ ਮੁਰਗੇ ਨੂੰ ਫੜ ਲੈਂਦਾ। ਸੋ ਉਸੇ ਤਰ੍ਹਾਂ ਜਿਹੜਾ ਕੁਤੇ ਸੀਗਾ ਉਹ ਜਿਹੜੀ ਪੁਰਾਣੀ ਟ੍ਰੇਨਿੰਗ ਸੀਗੀ, ਜਿਹੜੀ ਬਿਲਕੁਲ ਦਰਿਆ ਤੋਂ ਉੱਠ ਕੇ ਇੱਥੋਂ, ਬਿਕੋਜ਼ ਮੇਰਾ ਫਿਊਚਰ, ਮੇਰਾ ਜਿਹੜਾ ਪਰਿਵਾਰ ਸੀ ਉਹ ਕੋਈ ਪੋਲੀਟੀਕਲ ਨਹੀਂ ਸੀਗਾ, देयर इज नो ਪੋਲੀਟੀਕਲ ਬੈਕਗ੍ਰਾਉਂਡ, ਜ਼ੀਰੋ ਪੋਲੀਟੀਕਲ ਬੈਕਗ੍ਰਾਉਂਡ, ਜ਼ੀਰੋ, ਕੋਈ ਸਰਪੰਚ ਵੀ ਨਹੀਂ ਸੀਗਾ। ਇਹ ਅਫਸਰ ਮੁਰਗੇ ਵਰਗੇ ਹੱਥ ਨਹੀਂ ਆਉਂਦੇ ਸੀ, ਉਹ ਤਜਰਬਾ ਨਹੀਂ ਆਉਂਦੇ ਸੀ। ਉਹ ਮੁਰਗਾ ਫੜਨ ਵਾਲੀ ਜਿਹੜੀ ਗੇਮ ਹੈ ਮੈਨੂੰ ਚੰਗੀ ਤਰ੍ਹਾਂ ਆਉਂਦੀ ਹੈ, ਇਸੇ ਕਰਕੇ ਮੈਂ ਮੁਰਗੇ ਫੜ ਕੇ ਦਬੋਚੇ। ਔਰ ਜਿਹੜੀ ਤੁਸੀਂ ਗੱਲ ਕਹਿੰਦੇ ਹੈ, ਜਿਹੜੇ ਇਹਨਾਂ 'ਚ ਆਪ ਦੇ ਵਿੱਚ ਨਾ ਕਾਬਲੀਅਤ ਹੋਵੇ, ਜਿਨ੍ਹਾਂ 'ਚ ਆਪ ਦੇ ਵਿੱਚ ਕਾਬਲੀਅਤ ਨਾ ਹੋਏ, ਉਹ ਦੂਸਰਿਆਂ ਤੇ ਅਕਸਰ ਇਲਜ਼ਾਮ ਲਾ ਦਿੰਦੇ ਆ। ਬਿਲਕੁਲ ਜਿੱਦੇ 2 ਦਿਨ ਕੋਡ ਲੱਗਣ 'ਚ ਵੀ ਰਹੇ, ਉਦੋਂ ਵੀ ਰਾਜੇ ਵੜਿੰਗ ਦੀ ਉਨੀ ਕਮਾਂਡ ਹੀ ਅਫਸਰ ਤੇ ਚੱਲੇਗੀ ਜਿੰਨੀ ਅੱਜ ਚੱਲ ਰਹੀ ਹੈ। ਅੱਛਾ, ਮੈਂ ਜਿਸ ਰਾਜੇ ਵੜਿੰਗ ਨੂੰ ਨਿੱਜੀ ਤੌਰ ਤੇ ਜਾਣਦਾ ਹੈ, ਆਪਾਂ ਇਕੱਠੇ ਪੜ੍ਹੇ ਆ, ਯੂਨੀਵਰਸਿਟੀ 'ਚ ਰਹੇ ਆ, ਇਸ ਪੜ੍ਹਾਈ ਇਕੱਠੇ ਕੀਤੀ ਹੈ, ਉਸ ਵੇਲੇ ਰਾਜਾ ਬਹੁਤ ਸ਼ਾਈ ਹੁੰਦਾ ਸੀ। ਜੇ ਕੋਈ ਗੱਲ ਕਰਨੀ ਤਾਂ ਬੜੀ ਹਲਕੀ ਜੀ ਸਮਾਈਲ ਪਾਸ ਕਰਦੇ, ਨਹੀਂ ਜ਼ਿਆਦਾ ਨਹੀਂ ਬੋਲਦਾ ਸੀ। ਪਰ ਅੱਜ ਮੈਂ ਜਿਸ ਰਾਜੇ ਵੜਿੰਗ ਨੂੰ ਦੇਖਦਾ ਉਸ 'ਚ ਬਹੁਤ ਬਦਲਾਅ ਆ ਗਿਆ, ਬਹੁਤ ਵਿਵਾਕ ਹੈ, ਬਹੁਤ ਮਤਲਬ ਜੋਸ਼ ਨਾਲ ਬੋਲਦਾ ਹੈ। ਥੋੜੀ ਦੇਰ ਪਹਿਲਾਂ ਆਪਾਂ ਵੀ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਤਾਂ ਬੜੇ ਜੋਸ਼ ਨਾਲ ਕਰ ਰਹੇ ਸੀ। ਇਹ ਫਰਕ ਕਿਵੇਂ ਆਇਆ? ਸਾਨੂੰ ਵੀ ਸਵਾਲ ਕਰਨ ਵਾਸਤੇ ਰੋਕਣਾ ਪੈਂਦਾ। ਨਹੀਂ ਐਸਾ ਤਾਂ ਨਹੀਂ ਗੱਲ, ਕੋਈ ਸ਼ਾਈ ਵਾਲੀ ਗੱਲ। ਹਾਂ, ਛੋਟਾ ਮੋਟਾ
ਉਦੋਂ ਯਾਰ ਮੈਂ ਥੋੜਾ ਬੰਦੇ ਨੂੰ ਐਕਸਪੋਜ਼ਰ ਘੱਟ ਹੁੰਦਾ ਹੈ, ਹੌਲੀ ਹੌਲੀ ਬੰਦਾ ਸਿੱਖ ਲੈਂਦਾ ਹੈ। ਤੁਹਾਡੇ ਫਰੈਂਡਸ, ਤੁਹਾਡੇ ਚੰਗੇ ਦੋਸਤ ਮਿੱਤਰ, ਤੁਸੀਂ ਇੱਧਰ ਉੱਧਰ ਜਾਂਦੇ ਹੋ, ਸਮੇਂ ਦੇ ਨਾਲ ਮੇਰੇ ਖਿਆਲ ਬੰਦਾ ਸਿੱਖਦਾ ਜਾਂਦਾ ਹੈ। ਪਰ ਇੰਨਾ ਸ਼ਾਈ ਵੀ ਨਹੀਂ ਸੀ ਮੈਂ, ਕਦੇ ਕਦੇ ਤੁਹਾਨੂੰ ਹੀ ਦਿਖਾਉਂਦਾ ਸੀ ਮੈਂ ਸ਼ਾਈ ਹਾਂ, ਬਟ ਇੰਨਾ ਸ਼ਰਾਰਤੀ ਬਹੁਤ ਸੀਗਾ। ਤੁਹਾਨੂੰ ਅੱਜ ਖੁਲਾਸਾ ਕਰ ਰਹੇ ਹੋ। ਦੈਟ ਇਜ਼ ਦਾ ਬੇਸਿਕਲੀ ਟੈਲੈਂਟ। ਸਿਆਸੀ ਗੁਣ ਉਦੋਂ ਵੀ ਸੀਗੇ ਵੀ ਦੇਖਦਾ ਕੁਝ ਹੋ ਰਿਹਾ ਪਰ ਅੰਦਰ ਕੁਝ ਹੋ ਰਿਹਾ। ਡੈਫੀਨਿਟਲੀ ਇਮੀਡੀਏਟਲੀ ਚੇਂਜ ਕਿਵੇਂ ਆ ਸਕਦੀ ਹੈ, ਪਰ ਉਹ ਇਹ ਤੁਹਾਡਾ ਚਿਹਰਾ ਵੀ ਹੋਣਾ ਚਾਹੀਦਾ ਹੈ ਕਿ ਬੰਦਾ ਸ਼ਾਈ ਵੀ ਹੈਗਾ। ਕਈ ਲੋਕ ਸ਼ਾਈ ਬੰਦੇ ਨੂੰ ਵੀ ਪਸੰਦ ਕਰਦੇ ਆ ਨਾ, ਕਿੱਥੇ ਸ਼ਾਈ ਹੋਣਾ ਹੈ, ਕਿਤੇ ਬੋਲਡ ਹੋਣਾ ਹੈ, ਕਿਤੇ ਲੜਨਾ ਹੈ। ਹੁਣ ਕੋਈ ਮੰਨ ਲਓ ਕਿਸੇ ਦੀ ਗਰਲਫ੍ਰੈਂਡ ਹੈ, ਉੱਥੇ ਤਾਂ ਬੰਦਾ ਫਿਰ ਸ਼ਾਈ ਹੋ ਕੇ ਤਰੀਕੇ ਨਾਲ ਹੀ ਗੱਲ ਕਰੇ ਨਾ। ਜੇ ਉਹਦੇ ਨਾਲ ਇੰਨੀ ਬੇਬਾਕ ਤਰੀਕੇ ਨਾਲ ਗੱਲ ਕਰੇਗਾ ਤਾਂ ਉਹ ਆਖੂਗੀ ਯਾਰ ਇਹ ਪਾਗਲ ਨਾਲ ਕਿੱਥੇ ਮੇਰਾ ਮੱਥਾ ਲੱਗ ਗਿਆ। ਉੱਥੇ ਤਾਂ ਫਿਰ ਤਰੀਕੇ ਨਾਲ, ਸਲੀਕੇ ਨਾਲ। ਸੋ ਇਸ ਕਰਕੇ ਇੱਕ ਹੋਰ ਗੱਲ ਪੜ੍ਹਦੇ ਸਮੇਂ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ। ਇੱਕ ਹੋਰ ਗੱਲ ਇਸੇ ਨਾਲ ਹੀ, ਇੱਕ ਵਾਰੀ ਤੁਹਾਨੂੰ ਯਾਦ ਹੋਣਾ ਹੈ ਕਿ ਤੁਸੀਂ ਨਾ ਕਾਫੀ ਟਾਈਮ ਪਹਿਲਾਂ ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਬਿਆਨ ਦਿੱਤਾ ਸੀ। ਇੱਕ ਨਹੀਂ ਗਾ, ਤੁਸੀਂ ਤਾਂ ਬੜੇ ਦਿੱਤੇ ਆ। ਤੇ ਆਪਣੀ ਉਦੋਂ ਫੋਨ ਤੇ ਗੱਲ ਹੋ ਰਹੀ ਸੀ, ਤਾਂ ਇਹ ਜਿਹੜੇ ਅਕਸਰ ਕੰਟਰੋਵਰਸ਼ੀਅਲ ਬਿਆਨ ਦੇ ਨੇ ਕਿ ਰਾਜਾ ਵੜਿੰਗ ਨੂੰ ਹਿਸਾਬ ਹੀ ਆ ਗਿਆ ਵੀ ਖਬਰਾਂ ਚ ਕਿਵੇਂ ਰਹਿਣਾ, ਥੋੜੀ ਬਹੁਤੀ ਸੁਰਲੀ ਛੱਡੀ ਰੱਖੋ, ਚਾਹੇ ਉਹ ਚ ਕੰਟਰੋਵਰਸੀ ਹੋ ਜੇ ਵੀ ਜਵਾਬ ਤਾਂ ਮੁੜ ਕੇ ਆਪੇ ਦਿੰਦੇ ਫਿਰਨਗੇ। ਕਿ ਇਹ ਸੁਭਾਅ ਬਣ ਗਿਆ ਹੈ ਕਿ ਜਾਣਬੁੱਝ ਕੇ ਸ਼ਰਾਰਤ ਕਰਨ ਦਾ ਸੁਭਾਅ ਬਣ ਗਿਆ। ਵਿਦਆਊਟ ਐਕਟੀਵਿਟੀਜ਼ देयर इज नो ਪੋਲਿਟਿਕਸ। ਕੁਝ ਕਰਦੇ ਰਹੋ, ਭਾਵੇਂ ਚੰਗਾ ਕਰਦੇ ਹੋ ਭਾਵੇਂ ਗਲਤ ਕਰ ਰਹੇ ਹੋ, ਲੇਕਿਨ ਸੁਰਲੀ ਗਿਰ ਜਾਂਦੇ ਨੇ। ਪਰ ਨਹੀਂ, ਤੁਸੀਂ ਕੁਝ ਕਰੋਗੇ ਤਾਂ ਤੁਹਾਨੂੰ ਕੁਝ ਨਾ ਕੁਝ ਲੋਕ ਤਾਂ ਚੰਗਾ ਕਹਿਣਗੇ। ਉਹ ਮੇਰੀ ਕੀ ਗੱਲ ਸੀ ਮੈਨੂੰ ਪਤਾ, ਜਾਣ ਕੇ ਪੁੱਛਣਾ ਚਾਹੁੰਦਾ ਹੈ। ਮੈਂ ਗਿਆ, ਮੈਂ ਉਹੀ ਗੱਲ, मैं राजस्थान गया। देयर इज अ फ्रेंड ऑफ माइन हु वाज कंटेस्टिंग अ इलेक्शन फ्रॉम पीलियावंगा और विनोद गोठवाल यूथ कांग्रेस ਸੀਗਾ। मैं और ऑल इंडिया प्रेसिडेंट ने टिकट ਦੇ ਵਿੱਚ ਮਦਦ ਕੀਤੀ ਤੇ ਮੈਂ ਉੱਥੇ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਅਗਰ ਇਹਨੂੰ ਐਮਐਲਏ ਬਣਾਓਗੇ ਤਾਂ ਤੁਹਾਨੂੰ ਇੱਕ ਐਮਐਲਏ ਮੁਫਤ ਮਿਲੇਗਾ ਪੰਜਾਬ ਦੇ ਅੰਦਰ। ਔਰ ਜਦੋਂ ਤੁਸੀਂ ਆਇਆ ਕਰੋਗੇ ਬਾਰਡਰ, ਬਿਕੋਜ਼ ਦੈਟ ਇਜ਼ ਅ ਬਾਰਡਰ ਸਟੇਟ, ਉੱਥੋਂ ਮੁਕਤਸਰ ਸਾਡਾ, ਤੇ ਮੈਂ ਕਿਹਾ ਆਇਆ ਕਰੋਗੇ, ਚਾਹ ਪਾਣੀ ਲੱਡੂ ਸਮਾਨ ਸਭ ਕੁਝ ਮਿਲਿਆ ਕਰੇਗਾ, ਗੁਲਾਬ ਜਾਮਣਾ ਵੀ ਖਵਾਵਾਂਗਾ। ਦੈਨ ਵਾਟ ਹੀ ਸੈਡ, ਉਹ ਇੱਕ ਬਜ਼ੁਰਗ ਬੈਠਾ ਸੀ, ਉਹ ਕਹਿੰਦਾ ਕਾਕਾ ਜੇ ਸ਼ਾਮ ਨੂੰ ਆਏ ਤਾਂ ਫਿਰ, ਮੈਂ ਕਿਹਾ ਸ਼ਾਮ ਨੂੰ ਆਏ ਤਾਂ ਚੁਸਕੀ ਵੀ ਪਵਾਉਂਗਾ। ਸੋ ਇਹਨਾਂ ਨੇ ਕਹਿਤਾ ਕਿ ਰਾਜਾ ਵੜਿੰਗ ਨੇ ਕਹਾ ਕਿ आपको दारू पिलाएंगे। हालांकि मैं am totally pure vegetarian, मैं ਕਦੇ ਡਰਿੰਕ ਮਤਲਬ ਤਾਂ ਉਹੀ ਸੀ ਵੜਿੰਗ ਦਾ। ਨਹੀਂ, ਇਟਸ ਇਹ ਸੁਭਾਵਿਕ ਗੱਲ ਹੈ। ਫਿਰ ਠੀਕ ਹੈ, ਸਿਆਸੀ ਬਿਆਨ ਆ, ਗੋਲਮੋਜਾ ਕਰਦੇ ਗੱਲ ਤਾਂ ਤੁਸੀਂ ਸਾਰੇ ਲੋਕ ਕਮਰੇ 'ਚ ਬਹਿ ਕੇ ਆਪਾਂ ਮਹਿਮਾਨ ਨਵਾਜ਼ੀ ਵੀ ਕਰਦੇ ਹਾਂ ਘਰੇ ਬੈਠ ਕੇ। ਜੇ ਕੋਈ ਆਉਂਦਾ ਤਾਂ ਆਪਾਂ ਉਹਨੂੰ ਆਫਰ ਕਰਦੇ ਹਾਂ, ਇਹ ਤਾਂ ਚੱਲਦਾ ਰਹਿੰਦਾ ਹੈ। ਲੇਕਿਨ ਮੈਂ ਆਮ ਨਾਟ ਅ ਡਬਲ ਸਟੈਂਡਰਡ ਦਾ ਵੇ ਆਈ ਸੈਡ ਕਿ ਮੇਰੇ ਢਿੱਡ 'ਚ ਜਿਹੜੀ ਗੱਲ ਹੈ, ਜੇ ਮੇਰੇ ਢਿੱਡ 'ਚ ਇਹ ਗੱਲ ਆਈ ਕਿ ਬਈ ਉਹ ਵੀ ਪਿਆ ਦਿਆ ਕਰਾਂਗਾ ਤਾਂ ਮੈਂ ਕਹਿ ਦਿਆਂਗਾ ਆਈ ਵਿਲ ਨਾਟ ਫੀਲ ਸ਼ਾਈ ਕਿ ਮੀਡੀਆ ਇਹਨੂੰ ਕੈਪਚਰ ਕਰ ਲੇਗਾ। ਸੋ ਮੈਂ ਕਹਿ ਦਿੰਦਾ ਜਦੋਂ ਮੇਰਾ। ਪਰ ਰਾਜਾ ਜੀ ਅੱਜ ਕੱਲ ਇਹ ਚੀਜ਼ਾਂ ਐਕਟਿਵ ਪੋਲਿਟਿਕਸ 'ਚ ਆ ਗਈਆਂ ਨੇ ਔਰ ਬਹੁਤ ਤਰ੍ਹਾਂ ਦੇ ਲਾਲਚ ਜਾਂ ਕਹੀਏ ਕਿ ਆਪਾਂ ਜਿਹੜੀਆਂ ਲੋਕ ਲੁਭਾਵਨ ਸਕੀਮਾਂ ਨੇ, ਤੇ ਆਪਾਂ ਕਵਾਂਗੇ ਵੀ ਕੋਈ ਕਹਿੰਦਾ ਅਸੀਂ 1000 ਰੁਪਇਆ ਮਹਿਲਾਵਾਂ ਨੂੰ ਦੇਵਾਂਗੇ, ਕੋਈ ਕਹਿੰਦਾ ਅਸੀਂ 2000 ਰੁਪਇਆ ਮਹਿਲਾਵਾਂ ਨੂੰ ਦੇਵਾਂਗੇ, ਕੋਈ ਕਹਿੰਦਾ ਅਸੀਂ ਸੂਟ ਬਣਾ ਕੇ ਦੇਵਾਂਗੇ, ਫ੍ਰੀ ਬਿਜਲੀ ਕਰ ਦਿਆਂਗੇ, ਫ੍ਰੀ ਪਾਣੀ ਕਰ ਦਿਆਂਗੇ, ਬਿੱਲ ਮਾਫ ਕਰ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਜੇ ਆਪਾਂ ਰਾਈਜ਼ਿੰਗ ਪੰਜਾਬ ਦੀ ਅੱਜ ਗੱਲ ਕਰ ਰਹੇ ਹਾਂ ਤਾਂ ਰਾਈਜ਼ਿੰਗ ਪੰਜਾਬ ਦੇ ਲਈ ਇੱਕ ਏਜੰਡਾ ਹੋਣਾ ਚਾਹੀਦਾ, ਇੱਕ ਪਲਾਨ ਹੋਣਾ ਚਾਹੀਦਾ ਬਜਾਏ ਫ੍ਰੀ ਬੀਜ਼ ਦੇ? ਬਿਲਕੁਲ, ਮੈਂ ਕਦੇ ਕਦੇ ਬੈਠਾ ਇਹ ਸੋਚਦਾ ਕਿ ਦਿਸ ਇਜ਼ ਆਲ ਵਾਟ ਫ੍ਰੀ। ਇੱਕ ਦਿਨ ਮੇਰੇ ਪੰਜਾਬ ਦਾ ਕੀ ਹੋਏਗਾ। ਬਟ ਨਾਲ ਹੀ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ, ਅਸੀਂ ਤੁਹਾਨੂੰ ਵੇਖ ਕੇ ਰਿਐਕਟ ਕਰਦੇ ਹਾਂ। ਸਾਡੇ ਬਹੁਤ ਹੀ ਵੱਡੇ ਲੀਡਰ ਮੈਡਮ ਪੱਠਲ ਵੀ ਇੱਥੇ ਆ ਗਏ ਨੇ। ਅਸੀਂ ਤੁਹਾਨੂੰ ਵੇਖ ਕੇ ਰਿਐਕਟ ਕਰ ਰਹੇ ਹਾਂ ਕਿ ਜਦੋਂ ਤੁਸੀਂ ਸਾਡੇ ਸਾਹਮਣੇ ਬੈਠੇ ਆ ਤੁਹਾਡੀ ਡਿਮਾਂਡ ਕੀ ਹੈ। ਸਾਨੂੰ ਲੱਗਦਾ ਕਿ ਜਨਤਾ ਇਹ ਗੱਲ ਚੀਜ਼ ਭਾਲ ਰਹੀ ਹੈ ਜੀ। ਸੋ ਸਾਨੂੰ ਉਸੇ ਤਰੀਕੇ ਨਾਲ ਬਿਹੇਵ ਕਰਨਾ ਪੈਂਦਾ ਹੈ। ਮੈਂ ਚਾਹੁੰਦਾ ਕਿ ਆਉਣ ਵਾਲਾ ਜਿਹੜਾ ਪੰਜਾਬ ਹੋਵੇ, all these youngsters, they should come forward and say ਕਿ we don't need anything free ਵਾਲੀ, ਕਿਉਂਕਿ ਸਾਡੀ ਤਾਂ ਮਜਬੂਰੀ ਵੀ ਹੈ। when we say ਕਿ ਆਹ ਚੀਜ਼ ਫ੍ਰੀ ਨਹੀਂ ਦੇਵਾਂਗੇ, ਅਸੀਂ ਹੁਣ ਵੀ ਜਾ ਕੇ ਮੈਂ ਕਨਵਿੰਸ ਕਰਾਉਣਾ ਕਿ ਕੀ ਫ੍ਰੀ ਦਈਏ। ਉਹਨਾਂ ਲੋਕਾਂ ਨੂੰ ਤਾਂ ਫ੍ਰੀ ਮਿਲਣਾ ਚਾਹੀਦਾ ਹੈ, ਦੋਜ਼ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈ, ਕਿਉਂਕਿ ਸਾਡਾ ਗਰੀਬ ਮੁਲਕ ਹੈ। ਕਈ ਲੋਕ ਹੈਗੇ ਐਸੇ ਜਿਨ੍ਹਾਂ ਨੂੰ ਪੈਨਸ਼ਨ ਦੀ ਜ਼ਰੂਰਤ ਹੈ, ਕਈ ਲੋਕ ਐਸੇ ਹੈਗੇ ਆ ਜਿਨ੍ਹਾਂ ਨੂੰ ਕੋਠੇ ਦੀ ਜ਼ਰੂਰਤ ਹੈ, ਕਈ ਲੋਕ ਐਸੇ ਹੈਗੇ ਆ ਜਿਨ੍ਹਾਂ ਨੂੰ ਆਯੁਸ਼ਮਾਨ ਸਕੀਮ ਦੀ ਜ਼ਰੂਰਤ ਹੈ। ਲੇਕਿਨ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਸ ਦੀ, ਉਹ ਵੀ 15 ਏਕੜ ਵਾਲਾ ਜਾਂ 20 ਏਕੜ ਵਾਲਾ ਸਾਥੋਂ ਧੱਕੇ ਨਾਲ ਆ ਕੇ ਸਕੀਮ ਲੈਂਦਾ ਹੈ। ਉਹ ਕਹਿੰਦਾ ਕਿ ਨਹੀਂ ਮੈਂ ਤਾਂ ਇਹ ਕਾਰਡ ਬਣਾਉਣਾ ਹੈ, ਰਾਸ਼ਨ ਕਾਰਡ, ਅਦਰਵਾਈਜ਼ ਮੈਂ ਤੈਨੂੰ ਵੋਟ ਨਹੀਂ ਦੇਵਾਂਗਾ। ਇਹ ਜਿਹੜਾ ਚੇਂਜ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰਾਂਗਾ, ਇਸ ਚੇਂਜ ਨੂੰ ਲੋਕ ਲੈ ਕੇ ਆਉਣਗੇ। ਵੈਨ ਪਬਲਿਕ ਵਿਲ ਸੇ ਕਿ ਅਸੀਂ ਫ੍ਰੀ ਨਹੀਂ ਲੈਣਾ,
ਵੜਿੰਗ ਸਾਹਿਬ, ਅਸੀਂ ਜਿਹੜਾ ਸਮਾਂ genuine ਦੇ case ਹੈ ਦੇ ਦਿਓ। ਮਾਫ਼ ਕਰਨਾ, ਗੱਲਾਂ ਤੁਹਾਡੀਆਂ ਅਸੀਂ ਵੀ ਸੁਣਨਾ ਚਾਹੁੰਦੇ ਹਾਂ ਲੋਕ ਮੈਨੂੰ ਵੀ ਪਤਾ ਹੈ, ਹੁਣ ਸੁਣਨਾ ਮੈਡਮ ਚਾਹੁੰਦੇ ਨੇ। ਪੱਠਲ ਆ ਗਏ, ਤੁਸੀਂ ਉਹਨਾਂ ਨੂੰ ਬਿਠਾਉਣਾ ਹੈ ਤੇ ਤੁਹਾਨੂੰ ਪਹਿਲਾਂ ਵੀ ਮੈਨੂੰ ਮੈਨੂੰ ਲੱਗਦਾ ਕਿ ਮੈਂ ਸਮਾਂ ਇੱਕ ਅਸੀਂ ਸਵਾਲ ਖੁੱਲ੍ਹਾ ਦੇ ਰਹੇ ਜਾਂਦੇ ਛੋਟਾ ਵਿਜੇ, ਜਿਹਾ। ਮਾਫ਼ ਕਰਨਾ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਜਾਂਦੇ ਜਾਂਦੇ ਵੜਿੰਗ ਸਾਹਿਬ ਤੁਹਾਡਾ ਕੋਈ ਮੈਂ ਕਿਤੇ ਨਹੀਂ ਜਾ ਰਿਹਾ ਯਾਰ। ਭਗਵੰਤ ਮਾਨ ਹੋਰਾਂ ਨੇ ਆਉਣਾ ਹੈ। ਭਗਵੰਤ ਮਾਨ ਹੋਰੀ ਵੀ ਥੋੜਾ ਜਿਹਾ ਤੁਹਾਡੇ ਵਾਂਗੂ ਰੌਣਕੀ ਵੀ ਨੇ, ਤੇ ਭਗਵੰਤ ਮਾਨ ਲਈ ਕੋਈ ਸਵਾਲ ਹੈਗਾ ਤਾਂ ਦੱਸ ਦਿਓ, ਵਿਰੋਧੀ ਧਿਰ ਤੁਹਾਡੀ। ਸੋ ਵਨ ਥਿੰਗ ਆਸ ਭਗਵੰਤ ਮਾਨ ਕਿ ਕੇਜਰੀਵਾਲ ਬਹੁਤ ਵਾਅਦੇ ਕਰ ਰਿਹਾ ਹੈ, ਫਲਾਂ ਕਰ ਰਿਹਾ ਹੈ। ਕਦੇ ਭਗਵੰਤ ਮਾਨ ਨੇ ਇਹ ਸਵਾਲ ਕੀਤਾ ਹੈ ਕਿ ਉਹੀ ਕੇਜਰੀਵਾਲ ਹੈ ਜਿਹੜਾ ਕਹਿੰਦਾ ਸੀ 3 ਮਹੀਨੇ ਜੇ ਅਗਰ ਸਰਕਾਰ ਆਈ ਤਾਂ ਮੈਂ ਮਜੀਠੀਆ ਨੂੰ ਫੜ ਕੇ ਅੰਦਰ ਦਿਆਂਗਾ, ਸਰਕਾਰ ਨਹੀਂ ਬਣੀ, ਐਗਰੀ ਨਹੀਂ ਦੇ ਸਕਦਾ। ਕੀ ਭਗਵੰਤ ਮਾਨ ਨੇ ਕਦੇ ਕੇਜਰੀਵਾਲ ਨੂੰ ਇਹ ਸਵਾਲ ਕੀਤਾ ਕਿ ਤੂੰ ਵਿਕਰਮ ਮਜੀਠੀਆ ਤੋਂ ਮਾਫੀ ਕਿਸ ਗੱਲ ਦੀ ਮੰਗੀ ਹੈ? ਇਹ ਔਨ ਰਿਕਾਰਡ ਮੰਗੀ ਹੈ। ਅਨਦਰ ਸਵਾਲ, ਆਜ ਭਗਵੰਤ ਮਾਨ ਸਾਨੂੰ ਕਹਿੰਦੇ ਕਿ ਤੁਸੀਂ ਮਿਲੇ ਹੋਏ ਹੋ, ਮੈਂ 4 ਚਿੱਠੀਆਂ ਲਿਖ ਚੁੱਕੇ ਹਾਂ, 4 ਚਿੱਠੀਆਂ ਲਿਖੀਆਂ ਕੇਜਰੀਵਾਲ ਨੂੰ, ਟਵੀਟ ਕੀਤਾ ਕਿ ਮੇਰੀਆਂ ਬੱਸਸ ਜਿਹੜੀਆਂ ਉਹ 에ਅਰਪੋਰਟ ਤੱਕ ਨਹੀਂ ਜਾਂਦੀਆਂ, ਦੈਟ ਇਜ਼ ਓਨਲੀ ਮੇਰੀਆਂ ISBT ਤੱਕ ਜਾਂਦੀਆਂ ਦਿੱਲੀ। ਮੈਨੂੰ ਉੱਥੇ ਅਪਲਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਪ ਟੂ 에ਅਰਪੋਰਟ, ਬਿਕੋਜ਼ ਉੱਥੇ ਕੱਲੀ ਇੰਡੋ ਕੈਨੇਡੀਅਨ ਬੱਸ ਜਾਂਦੀ ਹੈ ਜਿਹੜੀ ਬਾਦਲ ਨੂੰ ਬਿਲੋਂਗਸ ਟੂ ਬਾਦਲ, ਮਨਮਰਜ਼ੀ ਦਾ ਪੈਸਾ ਲੈਂਦੀ ਹੈ। ਐਸੀ ਕਿਹੜੀ ਕਮੀ ਹੈ PRTC ਜਾਂ ਪਨਬਸ ਦੀ ਬੱਸ 'ਚ ਜਿਹੜੀ 에ਅਰਪੋਰਟ ਤੱਕ ਨਹੀਂ ਜਾ ਸਕਦੀ? ਉਹਨਾਂ ਵਰਗੀ ਬਹੁਤ ਬੱਸ ਬਹੁਤ ਹੈ। ਸ਼ੁਕਰੀਆ। ਇੱਕ ਆਖਰੀ ਸਵਾਲ ਗਿੱਦੜਬਾਹ ਤੋਂ ਇਲੈਕਸ਼ਨ ਲੜ ਰਹੇ ਹੋ ਜਾਂ ਫਿਰ ਬਾਦਲ ਦੇ ਹਲਕੇ ਲੰਬੀ ਜਾਣ ਦਾ ਇਰਾਦਾ? ਮੈਂ ਗਿੱਦੜਬਾਹ ਹੀ ਇਲੈਕਸ਼ਨ ਲੜਨ ਦਾ ਇੱਛੁਕ ਹੈ। ਗਿੱਦੜਬਾਹ ਤਾਂ ਮੈਂ ਕਦੇ ਜ਼ਿੰਦਗੀ 'ਚ ਦਿਮਾਗ 'ਚ ਵੀ ਨਹੀਂ ਲਿਆ ਸਕਦਾ ਉਹਨਾਂ ਲੋਕਾਂ ਨੂੰ ਛੱਡਣ ਦਾ, ਪਰ ਮੇਰੀ ਇੱਛਾ ਜੋ ਰਹਿੰਦੀ ਹੈ, ਮੇਰੀ ਘਰ ਅਖੀਰਲੀ ਗੱਲ, ਨਪਿੰਦਰ ਬਹੁਤ ਕਾਲਾ ਮੈਂ ਹੋ ਰਿਹਾ ਉਸੇ ਗੱਲ ਤੇ ਆ ਰਿਹਾ। ਇਹ ਜੈਲਸ ਵੀ ਕਰ ਰਿਹਾ ਕਿ ਉਹੀ ਸਵਾਲ ਪੁੱਛਣਾ ਚਾਹ ਰਿਹਾ ਜਿਹੜਾ ਤੁਹਾਡੀ ਜ਼ੁਬਾਨ ਤੇ ਆ ਗਿਆ। ਮੈਂ ਇਹੀ ਸਵਾਲ ਪੁੱਛਣਾ ਚਾਹ ਰਿਹਾ ਜਿਹੜਾ ਤੁਹਾਡੀ ਜ਼ੁਬਾਨ ਤੇ ਆ ਰਿਹਾ। ਜੈਲਸ ਵੀ ਹੋ ਰਹੀ ਹੈ ਇਸ ਗੱਲ ਦੀ, ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਹੈ, ਮੈਂ ਗਿੱਦੜਬਾਹ ਹੀ ਲੜਨਾ ਹੈ। ਗਿੱਦੜਬਾਹ ਹੀ ਮੇਰੀ ਕਰਮ ਭੂਮੀ, ਸਭ ਕੁਝ ਗਿੱਦੜਬਾਹ ਨੇ ਦਿੱਤਾ। ਜਸਟ ਬਿਕੋਜ਼ ਆਫ ਗਿੱਦੜਬਾਹ ਓਨਲੀ ਆਈ ਐਮ ਰਾਜਾ ਵੜਿੰਗ ਟੁਡੇ, ਨਹੀਂ ਅਦਰਵਾਈਜ਼ ਮੈਨੂੰ ਕਿਹਨੇ ਪੁੱਛਣਾ ਸੀ। ਠੀਕ ਹੈ, ਬਟ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਹਰਸਿਮਰਤ ਕੌਰ ਖਿਲਾਫ ਲੜਨ ਦਾ, ਸੋ ਕਈ ਲੋਕ ਡਰ ਰਹੇ ਸੀ, ਕਈਆਂ ਨੂੰ ਟਿਕਟ ਦੇਣ ਦੀ ਇੱਛਾ ਕਰ ਰਹੀ ਸੀ ਕਾਂਗਰਸ ਪਾਰਟੀ ਵੀ, ਤੁਸੀਂ ਲੜੋ। ਕਹਿੰਦੇ ਨਹੀਂ 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 ਨਹੀਂ, ਮੇਰਾ ਤਾਂ ਹਲਕਾ ਵੀ ਉਹਦੇ ਵਿੱਚ ਨਹੀਂ ਆਉਂਦਾ ਸੀ। ਤੇ ਜਦੋਂ ਮਿਲੀ, ਮੈਨੂੰ ਫੋਨ ਆਇਆ ਰਾਹੁਲ ਜੀ ਦਾ, ਤੇ ਮੈਂ ਘਰ ਵਾਲੀ ਨੂੰ ਕਿਹਾ ਵੀ ਤਿਆਰ ਕਿੱਥੇ ਹੈ? ਕਹਿੰਦੀ ਘਰੇ ਹੈ। ਮੈਂ ਕਿਹਾ ਵੀ ਛੇਤੀ ਚੁੰਨੀ ਚਾਨੀ ਦਾ ਇੰਤਜ਼ਾਮ ਕਰ, ਅੱਜ ਕੱਲ ਕੁੜੀਆਂ ਚੁੰਨੀ ਚਾਨੀ ਨਹੀਂ ਲੈਣੀਆਂ, ਗੁਰਦੁਆਰੇ ਚੱਲਣਾ ਹੈ, ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਆਉਣੀ ਹੈ ਕਿ ਸਾਨੂੰ ਮੌਕਾ ਮਿਲ ਰਿਹਾ ਹੈ ਅੱਜ ਬਾਦਲਾਂ ਨਾਲ ਚੁਣਾਵ ਲੜਨ ਦਾ। ਪਹਿਲਾਂ ਮਨਪ੍ਰੀਤ ਨਾਲ ਲੜਿਆ, ਹਰਸਿਮਰਤ ਨਾਲ ਲੜਿਆ, ਹੁਣ ਕਈ ਵਾਰੀ ਮੈਨੂੰ ਡਰਾਉਂਦੇ ਕਿ ਵੱਡਾ ਬਾਦਲ ਆ ਸਕਦਾ ਹੈ ਜਾਂ ਸੁਬੀਰ। ਮੇਰੀ ਇੱਛਾ ਜ਼ਰੂਰ ਹੈ ਕਿ ਐਵੇਂ ਇੱਧਰ ਉੱਧਰ ਲੜਨ ਨਾਲੋਂ ਵੱਡੇ ਬੰਦੇ ਨਾਲ ਲੜਦਾ, ਪਰਮਾਤਮਾ ਇਹ ਵੀ ਇੱਛਾ ਪੂਰੀ ਕਰੇ ਕਿ ਇੱਕ ਵਾਰੀ ਸਾਰੀਆਂ ਕੀ ਸਭ ਨਾਲ ਚੁਣਾਵ ਲੜ। ਅਮਰਤਾ ਵੜਿੰਗ ਨੂੰ ਇਲੈਕਟੋਰਲ ਪੋਲਿਟਿਕਸ ਚ ਲਿਆਉਂਦਾ ਇਰਾਦਾ ਹੈ, ਪਰ ਮੇਰੀ ਇੱਛਾ ਜ਼ਰੂਰ ਹੈ ਜਦੋਂ ਸਿੰਘ ਫਸਣ ਤਾਂ ਵੱਡੇ ਨਾਲ ਫਸ ਜਾਣ ਤਾਂ ਜ਼ਿਆਦਾ ਵਧੀਆ। ਜੇ ਸੁਖਬੀਰ ਨਾਲ ਵੀ ਹੋਏਗਾ ਤਾਂ ਆਈ ਡੋਂਟ ਮਾਈਂਡ ਦਾ। ਜੀ ਬਹੁਤ ਬਹੁਤ ਸ਼ੁਕਰੀਆ ਵੜਿੰਗ ਸਾਹਿਬ। ਓਵਰ ਟੂ ਯੂ ਅਰਸ਼ਦੀਪ। जी, thank you Raja Vading ji. I'll request you to stay on the stage. Thank you Napinder, thank you Vijaypal. I'll now request our managing editor Jyoti Kamal ji to please come on the stage and felicitate our guest Raja Vading ji. Thank you Raja Vading ji. Thank you Jyoti Kamal ji.